ਲਾਸਟ ਟਾਈਮ ਵੀ ਐਗਜ਼ਿਟ ਪੋਲ ਆਇਆ ਸੀਗਾ, ਉਹਦੇ ਮੁਤਾਬਿਕ ਰਿਜ਼ਲਟ ਨਹੀਂ ਆਇਆ। ਇਸ ਵਾਰ ਕੀ ਲੱਗਦਾ? ਈਵੀਐਮ ਕਿਉਂ ਖੋਲ ਰਹੇ ਹਾਂ ਅਸੀਂ? 10 ਮਾਰਚ ਨੂੰ ਰਿਜ਼ਲਟ ਕਿਉਂ ਡਿਕਲੇਅਰ ਕਰਨਾ ਜੇ ਉਸ ਤੋਂ ਪਹਿਲੇ ਚੈਨਲਾਂ ਨੇ ਰਿਜ਼ਲਟ ਕੱਢਤਾ ਤਾਂ? ਲੋਕਾਂ ਦੇ ਵਿੱਚ ਸ਼ਾਇਦ ਰਵਾਇਤੀ ਪਾਰਟੀਆਂ ਤੋਂ ਤੰਗ ਹੋ ਕੇ ਇਹ ਚੀਜ਼ਾਂ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ। ਅੱਜ ਸਿਰਫ ਗੱਲ ਨਸ਼ਿਆਂ ਦੀ ਕਰ ਲਈਏ, ਬੇਰੁਜ਼ਗਾਰੀ ਦੀ ਕਰ ਲਈਏ, ਅੱਜ ਇੱਥੇ ਤੱਕ ਪਹੁੰਚੇ ਕਿਵੇਂ ਆ? ਉਸ ਤੋਂ ਪਹਿਲੇ ਬੜਾ ਕੁਝ ਹੋਇਆ। ਲੀਡਰ ਆਪਣੀ ਪਾਰਟੀ ਨਾਲ ਐਸੋਸੀਏਟਡ ਨਹੀਂ ਹੈ, ਵਰਕਰ ਜਿਹੜਾ ਵਾ ਜਾਂ ਫਿਰ ਵੋਟਰ ਹੈ ਉਹ ਝੰਡਾ ਬੁਲੰਦ ਕਰਕੇ ਤੁਰਿਆ ਫਿਰਦਾ। 10 ਮਾਰਚ ਨੂੰ ਨਤੀਜੇ ਐਤਕੀ ਉਹੋ ਜਿਹੇ ਆਉਣੇ ਆ। ਲੋਕਾਂ ਨੇ ਤੁਹਾਨੂੰ ਪ੍ਰੋਮਿਸ ਕੀਤਾ, ਖਾਦਾ ਮਿਸਟਰ ਬੀ ਕੋਲੋਂ, ਵੋਟ ਪਾਈ ਮਿਸਟਰ ਸੀ ਨੂੰ, ਔਰ ਉਹ ਇਸ ਵੇਲੇ ਵਾਅਦੇ ਕਿਹਨੂੰ ਕਰ ਰਹੇ ਹਨ? ਮਿਸਟਰ ਡੀ ਨੂੰ, ਕਿ ਤੁਸੀਂ ਜਿੱਤ ਜਾਣਾ। ਕਿਤੇ ਇਹ ਨਾ ਹੋਵੇ ਕਿ ਲੱਡੂ ਬੁੱਕ ਕਰਾ ਲਏ ਹੋਣ ਤੇ ਉਸ ਟਾਈਮ ਤੇ ਉਹ ਲੱਡੂ ਲੰਗਰ ਦੇ ਤੌਰ ਤੇ ਵਰਤਾਏ ਜਾਣ ਕੇ ਕਿਹਾ ਜਾਵੇ ਕਿ ਅਸੀਂ ਲੰਗਰ ਲਾ ਰਹੇ ਹਾਂ। ਕੀੜੀ ਘਰ ਨਰਾਇਣ ਵਾਲੀ ਗੱਲ ਹੈ ਕਿ ਅਸੀਂ ਜਦੋਂ ਦੀ 20 ਫਰਵਰੀ ਦੀ ਇਲੈਕਸ਼ਨ ਸੀ, ਇਲੈਕਸ਼ਨ ਤੋਂ ਬਾਅਦ ਸ਼ਾਇਦ ਕਿਸੇ ਦੇ ਘਰ ਤੁਸੀਂ ਦੱਸੋ ਕਿ ਤੁਹਾਡੇ ਘਰ ਕੋਈ ਐਮਐਲਏ ਆਏ। ਰਿਜ਼ਲਟ ਤੋਂ ਪਹਿਲੇ ਜਿਹੜੀਆਂ ਖੁਸ਼ੀਆਂ ਮਨਾਉਣੀਆਂ, ਮੈਂ ਉਹਨਾਂ ਨੂੰ ਜਾਇਜ਼ ਨਹੀਂ ਸਮਝਦਾ। ਲੈਟਸ ਵੇਟ ਫॉर ਦਾ ਟਾਈਮ। ਪਹਿਲਾਂ ਤਾਂ ਕਹਿਤਾ ਸੀਗਾ ਇਹ ਆਮ ਆਦਮੀ ਪਾਰਟੀ ਮੋਦੀ ਟੂ, ਅਸੀਂ ਕਿਸੇ ਨਾਲ ਉਹ ਨਹੀਂ ਕਰਨਾ, ਪਰ ਹੁਣੇ ਫਿਰ ਕਾਂਗਰਸ ਗੱਠਜੋੜ ਦੀ ਗੱਲ ਵੀ ਕਰਦੀ ਹੈ। ਆਈ ਵਾਂਟ ਕਿ ਜਿਹੜੀਆਂ ਬੇਸਿਕ ਚੀਜ਼ਾਂ ਨੇ ਤੁਸੀਂ ਉਹੀ ਪ੍ਰੋਵਾਈਡ ਕਰ ਦਿਓ ਤੇ ਅਗਲੇ 5 ਸਾਲ ਜਿੱਤ ਸਕਦੇ ਹੋ। ਮੋਦੀ ਸਾਹਿਬ 3 ਦਿਨ ਲਈ ਰੈਲੀ ਕਰਦੇ ਨੇ ਪੰਜਾਬ ਦੇ ਵਿੱਚ। ਪਹਿਲਾਂ ਕਹਿੰਦੇ ਨੇ ਸਾਡੀ ਰੈਲੀ ਰੱਦ ਹੋ ਗਈ, ਵਿਵਸਥਾ ਨਹੀਂ ਸੀਗੀ ਬਹੁਤ ਤਕੜੀ। ਤੇ ਡਾਇਰੈਕਟਲੀ ਸੇ ਕਿ ਸਾਨੂੰ ਪੰਜਾਬ ਦੀਆਂ ਸੀਟਾਂ ਨਾਲ ਕੋਈ ਇੰਨਾ ਤਲਕ ਨਹੀਂ ਹੈ, ਸਾਨੂੰ ਫਰਕ ਨਹੀਂ ਪੈਂਦਾ ਕਿ ਪਲੀਜ਼ ਸਾਡੇ ਪੰਜਾਬ ਨੂੰ ਹੋਰ ਖੇਰੂ ਨਾ ਕਰੋ, ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ, ਜੋੜਨ ਦੀ ਕੋਸ਼ਿਸ਼ ਕਰੋ। ਸਾਰੇ ਤੁਹਾਡੇ ਨਾਲ ਜੁੜਾਂਗੇ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਇਹ ਮਹਾਵਾਕ ਬਾਬੇ ਨਾਨਕ ਨੇ ਕਹੇ ਸੀਗੇ। ਅੱਜ ਵੂਮਨਸ ਡੇ ਆ, ਉਸ ਮਹਿਲਾ ਨੂੰ ਅਸਾਂ ਕਿਉਂ ਮਾੜਾ ਆਖੀਏ ਜੋ ਰਾਜੇ ਮਹਾਰਾਜੇ ਪੈਦਾ ਕਰਦੀ ਹੈ। ਅੱਜ ਜਿੱਥੇ ਤੌਰ 'ਤੇ ਪਹੁੰਚੇ ਹਾਂ ਉਸੇ ਹਰਸਿਮਰਨਜੀਤ ਸਿੰਘ ਐਡਵੋਕੇਟ, ਉਹੀ ਨੌਜਵਾਨ ਜਿਸ ਨੇ ਧਮਾਕੇਦਾਰ ਗੱਲਬਾਤ ਕੀਤੀ ਸੀ, ਵਿਭਾਗ ਤਰੀਕੇ ਨਾਲ A to Z ਪੋਲੀਟੀਕਲ ਗੱਲ ਸਮਝਾਈ ਸੀ। ਹੁਣ ਐਗਜ਼ਿਟ ਪੋਲ 'ਤੇ ਚਰਚਾ ਹੋ ਰਹੀ ਹੈ, ਸੋਚਿਆ ਗੱਲਬਾਤ ਕੀਤੀ ਜਾਵੇ, ਜਾਣਿਆ ਜਾਵੇ ਕਿ ਕੀ ਗਰਾਊਂਡ ਲੈਵਲ ਦੀ ਰਿਪੋਰਟ ਆ। ਸੋ ਸਵਾਗਤ ਕਰ ਲੈਂਦੇ ਹਾਂ, ਬਾਕੀ ਗੱਲਾਂ ਵਿੱਚ ਅਸੀਂ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਮੀਤ ਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਦੇ ਲਈ। ਔਰ ਹਰਸਿਮਰਨ ਜੀ, ਲਗਾਤਾਰ ਦੇਖ ਰਹੇ ਹਾਂ ਕਿ ਐਗਜ਼ਿਟ ਪੋਲ ਨੇ ਧਮਾਕਾ ਕਰਤਾ। ਇੱਕ ਪਾਸੇ ਆਪ ਕਹੀ ਜਾਂਦੇ, ਇੱਕ ਪਾਸੇ ਆਪ ਕਹੀ ਜਾਂਦੇ, ਦੂਜੇ ਪਾਸੇ ਕਹੀ ਜਾਂਦੇ ਆ ਕਿ ਅਕਾਲੀ ਵੀ ਵਿੱਚ ਆ, ਕਾਂਗਰਸ ਵੀ ਨਾਲ ਸਪੋਰਟ ਕਰ ਰਹੀ ਹੈ। ਹਰ ਇੱਕ ਦੇ ਵੱਖਰੇ ਵੱਖਰੇ ਐਗਜ਼ਿਟ ਪੋਲ ਨੇ। ਲਾਸਟ ਟਾਈਮ ਵੀ ਐਗਜ਼ਿਟ ਪੋਲ ਆਇਆ ਸੀਗਾ, ਉਹਦੇ ਮੁਤਾਬਿਕ ਰਿਜ਼ਲਟ ਨਹੀਂ ਆਇਆ। ਇਸ ਵਾਰ ਕੀ ਲੱਗਦਾ? ਦੇਖੋ, ਈਵੀਐਮ ਖੁੱਲ੍ਹਣ ਦੀ ਲੋੜ ਹੀ ਨਹੀਂ ਹੈ। ਫਿਰ ਈਵੀਐਮ ਕਿਉਂ ਖੋਲ ਰਹੇ ਹਾਂ ਅਸੀਂ? 10 ਮਾਰਚ ਨੂੰ ਰਿਜ਼ਲਟ ਕਿਉਂ ਡਿਕਲੇਅਰ ਕਰਨਾ ਜੇ ਉਸ ਤੋਂ ਪਹਿਲੇ ਚੈਨਲਾਂ ਨੇ ਰਿਜ਼ਲਟ ਕੱਢਤਾ ਤਾਂ? ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ 50,000 ਦੀ ਪਾਪੂਲੇਸ਼ਨ 'ਚੋਂ 5,000 ਬੰਦੇ ਦਾ ਵਿੱਚੋਂ 45 ਦਾ ਗਰੁੱਪ ਕੱਢ ਕੇ ਤੁਸੀਂ ਉਹਨਾਂ ਕੋਲੋਂ ਉਹਨਾਂ ਦਾ ਵਿਊ ਲਿੱਤਾ। ਵਿਊ ਦੇਣ ਵਾਲੇ ਵੀ ਸਾਡੇ ਵਰਗੇ ਜਿਹੜੇ ਅੰਦਰ ਕੁਝ ਕਰਕੇ ਆਉਂਦੇ ਆ, ਬਾਹਰ ਕੁਝ ਕਿਹਾ ਔਰ ਪ੍ਰੋਮਿਸ ਕੁਝ ਕੀਤਾ। ਸੋ ਟਰਸਟ ਵਰਦੀ ਕਿਵੇਂ ਨੇ, ਖੁਸ਼ੀਆਂ ਕਿਵੇਂ ਮਨਾਈਆਂ ਜਾ ਰਹੀਆਂ ਨੇ ਕਿ ਚੈਨਲਸ ਨੇ ਰਿਜ਼ਲਟ ਕੱਢਤਾ। ਡੈਮੋਕ੍ਰੇਸੀ ਦਾ ਪਾਰਟ ਨਹੀਂ ਹੈ। ਡੈਮੋਕ੍ਰੇਸੀ ਦੇ ਵਿੱਚ ਸੂਝਵਾਨ ਜਿਹੜੇ ਵਿਅਕਤੀ ਨੇ ਉਹਨਾਂ ਦੀ ਸੋਚ ਨੂੰ ਸਮਝਣਾ ਬੜਾ ਹੀ ਔਖਾ ਵਾ, ਔਰ ਜੇ ਅਸੀਂ ਉਹਨਾਂ ਦੀ ਸੋਚ ਨੂੰ ਸਮਝ ਜਾਵਾਂਗੇ ਤਾਂ ਫਿਰ ਸਾਨੂੰ ਇਹ ਕਿਆਸੇ ਲਾਉਣ ਦੀ ਲੋੜ ਨਹੀਂ ਪੈਣੀ, ਕਿਉਂਕਿ ਜਿਹੜਾ ਨਤੀਜਾ ਵਾ ਬੰਦ ਹੋ ਚੁੱਕਾ, ਉਹ 10 ਮਾਰਚ ਨੂੰ ਖੁੱਲ੍ਹਣਾ। ਜੇ ਅੱਜ ਮੈਂ ਵੇਖ ਰਿਹਾ ਸੀ ਨਿਊਜ਼ ਦੇ ਵਿੱਚ ਕਾਫੀ ਚੈਨਲਸ ਆਪਣਾ ਓਪੀਨੀਅਨ ਦੇ ਰਹੇ ਨੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਜ਼ਿਆਦਾ ਬਹੁਮਤ ਦੀ ਗੱਲ ਕੀਤੀ। ਨੋ ਡਾਊਟ ਲੋਕਾਂ ਦੇ ਵਿੱਚ, ਮੈਂ ਕਰੇਜ਼ ਨਹੀਂ ਕਹਾਂਗਾ, ਇਟ ਇਜ਼ ਨਾਟ ਅ ਕਰੇਜ਼, ਲੋਕਾਂ ਦੇ ਵਿੱਚ ਸ਼ਾਇਦ ਰਵਾਇਤੀ ਪਾਰਟੀਆਂ ਤੋਂ ਤੰਗ ਹੋ ਕੇ ਇਹ ਚੀਜ਼ਾਂ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ। ਮੈਂ ਵੀ ਕਿਸੇ ਨਾਲ ਗੱਲ ਕੀਤੀ, ਮੈਨੂੰ ਉਹਨੇ ਕਿਹਾ ਕਿ ਯਾਰ 15 ਸਾਲ ਕੇਜਰੀਵਾਲ ਜੀ ਦਿੱਲੀ ਦੇ CM ਰਹੇ ਨੇ, ਸੋ ਸਾਨੂੰ ਉਹਨਾਂ ਨੂੰ ਇੱਥੇ ਮੌਕਾ ਦੇਣਾ ਚਾਹੀਦਾ।
ਮੈਂ ਉਹਨੂੰ ਇੱਕ ਚੀਜ਼ ਪੁੱਛੀ ਕਿ 1 ਨਵੰਬਰ 1966 ਦੇ ਵਿੱਚ ਪੰਜਾਬ ਰੀਆਰਗੇਨਾਈਜ਼ ਹੋਇਆ ਸੀ, ਜਦੋਂ ਪੰਜਾਬ ਸਟੇਟ ਬਣੀ। ਪੰਜਾਬ ਦੇ ਵਿੱਚ ਉਦੋਂ ਦੀਆਂ ਇਹ 2 ਪਾਰਟੀਆਂ ਨੇ ਜਾਂ 3 ਪਾਰਟੀਆਂ ਜਿਹੜੀਆਂ ਆਪਸ 'ਚ ਕੋਲੈਬੋਰੇਟ ਕਰਕੇ ਜਿਹੜਾ ਪੋਲੀਟੀਕਲ ਸਿਨੈਰੀਓ ਸੀ ਉਹਦੇ ਵਿੱਚ ਡਿਵੈਲਪਮੈਂਟ ਕੀਤੀ। ਜੋ ਵੀ ਅੱਜ ਪੰਜਾਬ ਦੇ ਵਿੱਚ, ਜਿੱਥੇ ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ, ਕੁਛ ਨਾ ਕੁਛ ਤੇ ਤੁਸੀਂ ਸਾਰੇ ਮੰਨੋਗੇ ਨਾ ਕੋਈ ਡਿਵੈਲਪਮੈਂਟ ਹੋਈ ਹੈ। ਅੱਜ ਸਿਰਫ ਗੱਲ ਨਸ਼ਿਆਂ ਦੀ ਕਰ ਲਈਏ, ਬੇਰੁਜ਼ਗਾਰੀ ਦੀ ਕਰ ਲਈਏ, ਅੱਜ ਇੱਥੇ ਤੱਕ ਪਹੁੰਚੇ ਕਿਵੇਂ ਆ, ਉਸ ਤੋਂ ਪਹਿਲੇ ਬੜਾ ਕੁਝ ਹੋਇਆ। ਜਿਹੜੀਆਂ ਰੋਡਸ ਦੇ ਵਿੱਚ ਅਸੀਂ ਤੁਰ ਰਹੇ ਹਾਂ, ਜਿੱਥੇ ਟੋਇਆ ਨਹੀਂ ਹੈ, ਜਿੱਥੇ ਤੁਹਾਡੀ ਗੱਡੀ ਸੁਰੱਖਿਅਤ ਹੁੰਦੀ ਹੈ, ਉਹ ਵੀ ਕਿਸੇ ਨੇ ਬਣਾਈਆਂ। ਮੈਡੀਕਲ ਕਾਲਜਸ ਬਣੇ ਆ, ਇਨਫਰਾਸਟ੍ਰਕਚਰ ਬਣਿਆ ਵਾ, ਪੁਲ ਬਣੇ ਨੇ। ਇਹ ਸਾਰੀਆਂ ਚੀਜ਼ਾਂ ਜਦੋਂ ਬਣੀਆਂ, ਪ੍ਰਣਾਲੀ ਬਣੀ, ਲਾਅ ਐਂਡ ਆਰਡਰ ਮੇਨਟੇਨ ਹੋਇਆ। ਪਰ ਉਹਦੇ ਵਿੱਚ ਜਿਹੜੀਆਂ ਖਾਮੀਆਂ ਸੀ, ਉਹਨਾਂ 'ਚ ਕਮੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਖਾਮੀਆਂ ਨੂੰ ਵੈਸੇ ਤਾਂ ਚਾਹੀਦਾ ਸੀ ਕਿ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਪਾਰਟੀਆਂ ਜਿਨ੍ਹਾਂ 'ਤੇ ਅਸੀਂ ਸਾਰੀ ਉਮਰ ਟਰਸਟ ਕੀਤਾ, ਸਾਡੇ ਬਜ਼ੁਰਗਾਂ ਨੇ, ਅਸੀਂ ਟਰਸਟ ਕੀਤਾ, ਅਸੀਂ ਆਪਣੇ ਆਪ ਨੂੰ ਕਹਾਉਂਦੇ ਹਾਂ ਕਿ ਮੈਂ ਇਸ ਪਾਰਟੀ ਨਾਲ ਐਸੋਸੀਏਟਿਡ ਹਾਂ। ਨੋ ਡਾਊਟ, ਮੈਂ ਓਪਨਲੀ ਕਹਿਣਾ ਚਾਹੁੰਦਾ ਕਿ ਯਾਦ ਰੱਖਿਓ, ਲੀਡਰ ਕਿਸੇ ਨਾਲ ਐਸੋਸੀਏਟਿਡ ਨਹੀਂ ਹੈ। ਲੀਡਰ ਆਪਣੀ ਪਾਰਟੀ ਨਾਲ ਐਸੋਸੀਏਟਿਡ ਨਹੀਂ ਹੈ। ਵਰਕਰ ਜਿਹੜਾ ਵਾ ਜਾਂ ਫਿਰ ਵੋਟਰ ਹੈ, ਉਹ ਝੰਡਾ ਬੁਲੰਦ ਕਰਕੇ ਤੁਰਿਆ ਫਿਰਦਾ ਔਰ ਉਹ ਕਹਿੰਦਾ ਹੈ ਕਿ ਮੈਂ ਇਸ ਪਾਰਟੀ ਨਾਲ ਐਸੋਸੀਏਟਿਡ ਹਾਂ। ਉਹ ਮਰਦਾ ਵੀ ਹੈ, ਡੰਡੇ ਵੀ ਖਾਂਦਾ, ਗੋਲੀਆਂ ਵੀ ਚਲਦੀਆਂ, ਨੁਕਸਾਨ ਵੀ ਹੁੰਦਾ, ਨੌਕਰੀਆਂ ਵੀ ਜਾਂਦੀਆਂ, ਕੰਮ ਵੀ ਖੋਏ ਜਾਂਦੇ ਆ। ਪਰ ਯਾਦ ਰੱਖਿਓ, ਲੀਡਰ ਤੁਹਾਡੇ ਨਾਲ ਐਸੋਸੀਏਟਿਡ ਨਹੀਂ ਹੈ। ਔਰ ਲੀਡਰ ਸਾਡੇ ਨਾਲ ਤਾਂ ਛੱਡ ਦਿਓ, ਜਿਸ ਮਦਰ ਪਾਰਟੀ ਦੇ ਨਾਲ ਉਹ ਜੁੜਿਆ ਨਾ, ਅੱਜ ਮੈਂ ਹੋਰ ਵੀ ਐਗਜ਼ਾਮਪਲਸ ਤੁਹਾਡੀ ਲਾਈਫ ਦੇ ਵਿੱਚ ਚੱਲਦੇ ਦੱਸਾਂਗੇ ਕਿਵੇਂ ਪਾਰਟੀਆਂ ਛੱਡੀਆਂ ਗਈਆਂ ਲੀਡਰਸ ਵੱਲੋਂ ਔਰ ਉਹਨਾਂ ਨੂੰ ਸ਼ਰਮ ਤੱਕ ਨਹੀਂ ਆਈ ਕਿ ਅਸੀਂ ਕਿਸੇ ਨਾਲ ਜੁੜੇ ਹਾਂ। ਸਿਰਫ ਆਪਣਾ ਵੇਖ ਕੇ ਕਿ ਹੁਣ ਵਕਤ ਇਹੋ ਜਿਹਾ ਆ ਜਾਣਾ, ਵਕਤ ਅਕੋਰਡਿੰਗਲੀ ਆਪਣੇ ਆਪ ਨੂੰ ਚੇਂਜ ਕਰ ਲਈਏ। ਸੋ EVM ਦੇ ਜਿਹੜਾ ਰਿਜ਼ਲਟ ਕੈਦ ਹੈ, ਉਹ ਬੜਾ ਡਿਫਰੈਂਟ ਸਿਨੈਰੀਓ ਨਿਕਲਣਾ। ਔਰ ਜਿਹੜੀਆਂ ਇਹ ਕਿਆਸੇ ਲਾ ਰਹੇ ਨੇ 2017 ਦੇ ਵਿੱਚ, ਬਹੁਤ ਜ਼ਿਆਦਾ ਇੱਕ ਪਾਵਰਫੁਲ ਤਰੀਕੇ ਦੇ ਨਾਲ ਚੈਨਲਸ ਨੇ ਆਪਣਾ ਜਿਹੜਾ ਸਰਵੇ ਕੀਤਾ। ਔਰ ਸਰਵੇ ਕੀਤਾ ਕਿ ਨਹੀਂ ਕੀਤਾ, ਕਿਉਂਕਿ ਮੈਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ। ਐਟਲੀਸਟ ਮੈਂ ਵੀ ਇੱਕ ਸਿਟੀਜ਼ਨ ਹਾਂ ਅੰਮ੍ਰਿਤਸਰ ਦਾ। ਜੇ ਇਹ ਸਰਵੇ ਹੋਇਆ, ਅੰਮ੍ਰਿਤਸਰ ਦੇ ਵਿੱਚ ਸੀਟਾਂ ਦਾ ਅਨਾਉਂਸ ਕਰਨਾ ਸ਼ੁਰੂ ਕਰਤਾ ਔਰ ਲੋਕਾਂ ਦੇ ਜਿਹੜੇ ਕੈਂਡੀਡੇਟ ਸੀ, ਮੈਂ ਲੰਘ ਰਿਹਾ ਸੀ, ਉਹਨਾਂ ਦੇ ਘਰਾਂ ਦੇ ਵਿੱਚ ਰੌਣਕਾਂ ਲੱਗ ਗਈਆਂ। ਔਰ ਇੱਕ ਚੀਜ਼ ਬੜੀ, ਜਿਹਨੂੰ ਕਹਿੰਦੇ ਨਾ, ਪ੍ਰੀ ਖੁਸ਼ੀ ਲੋਕਾਂ ਨੇ ਮਨਾਉਣੀ ਸ਼ੁਰੂ ਕਰਤੀ। ਰਿਜ਼ਲਟ ਡਿਕਲੇਅਰ ਵੀ ਨਹੀਂ ਹੋਇਆ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ 10 ਮਾਰਚ ਨੂੰ ਨਤੀਜੇ ਐਤਕੀ ਉਹੋ ਜਿਹੇ ਆਉਣੇ ਆ। ਲੋਕਾਂ ਨੇ ਤੁਹਾਨੂੰ ਪ੍ਰੋਮਿਸ ਕੀਤਾ, ਖਾਦਾ ਮਿਸਟਰ B ਕੋਲੋਂ, ਵੋਟ ਪਾਈ ਮਿਸਟਰ C ਨੂੰ, ਔਰ ਉਹ ਇਸ ਵੇਲੇ ਵਾਅਦੇ ਕਿਹਨੂੰ ਕਰ ਰਹੇ ਹਨ? ਮਿਸਟਰ D ਨੂੰ, ਕਿ ਤੁਸੀਂ ਜਿੱਤ ਜਾਣਾ। ਸੋ ਸਰਵੇ ਜਿਹੜਾ ਵਾ ਰਿਜ਼ਲਟ ਨਹੀਂ ਹੈ, ਰਿਜ਼ਲਟ 10 ਮਾਰਚ ਨੂੰ ਆਏਗਾ। ਔਰ ਮੇਰੀ ਪਰਮਾਤਮਾ ਗੁਰੂ ਨਾਨਕ ਸਾਹਿਬ ਨੂੰ ਇਹੀ ਅਰਦਾਸ ਹੈ, ਜਿਹੜਾ ਵੀ ਰਿਜ਼ਲਟ ਉਹਨਾਂ ਨੇ ਲਿਆਉਣਾ, ਉਹ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਵੇ। ਬਹੁਤ ਵਧੀਆ ਗੱਲ ਆ, ਕਿਉਂਕਿ ਹੁਣ ਐਗਜ਼ਿਟ ਪੋਲ ਦੇਖਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਮੈਂ ਓਪਨਲੀ ਗੱਲ ਕਰਾਂ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਕਿਤੇ ਇਹ ਨਾ ਹੋਵੇ ਕਿ ਲੱਡੂ ਬੁੱਕ ਕਰਾ ਲਏ ਹੋਣ ਅਤੇ ਉਸ ਟਾਈਮ 'ਤੇ ਉਹ ਲੱਡੂ ਲੰਗਰ ਦੇ ਤੌਰ 'ਤੇ ਵਰਤਾਏ ਜਾਣ, ਕੇ ਕਿਹਾ ਜਾਵੇ ਕਿ ਅਸੀਂ ਲੰਗਰ ਲਾ ਰਹੇ ਹਾਂ। ਤੁਹਾਨੂੰ ਕੀ ਲੱਗਦਾ ਕਿ EVM ਦਾ ਜੋ ਰਿਜ਼ਲਟ ਹੋਏਗਾ, ਜੋ EVM ਬੋਲੇਗੀ, ਸੋ ਬਹੁਮਤ ਕਿਸ ਸਰਕਾਰ ਨੂੰ ਮਿਲ ਸਕਦੀ ਹੈ? ਮੈਨੂੰ ਹਰਮੀਤ ਜੀ ਐਤਕੀ ਬਹੁਮਤ ਵਾਲੀ ਚੀਜ਼ ਨਜ਼ਰ ਨਹੀਂ ਆ ਰਹੀ। ਮਤਲਬ ਜੇ ਕੋਈ ਕਲੀਅਰ ਮੈਜੋਰਿਟੀ ਦੀ ਗੱਲ ਕਰੀਏ, ਜਿਹਨੇ ਗਵਰਨਮੈਂਟ ਫਾਰਮ ਕਰਨੀ ਹੈ, 57 ਜਾਂ 59 ਸੀਟਾਂ ਜਿਨ੍ਹਾਂ ਨੂੰ 117 ਚੋਂ ਚਾਹੀਦੀਆਂ, ਉਹ ਸਰਕਾਰ ਕੋਈ ਐਗਜ਼ਿਸਟ ਨਹੀਂ ਕਰਦੀ। ਕਿਸੇ ਚੈਨਲ ਨੇ 100 ਆਮ ਆਦਮੀ ਪਾਰਟੀ ਨੂੰ ਦੇ ਦਿੱਤੀਆਂ। ਵੇਵ ਦੇ ਨਾਲ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਕਿਰਦਾਰ ਦੇ ਨਾਲ ਵੀ ਲੋਕਾਂ ਨੇ ਵੋਟਾਂ ਪਾਈਆਂ। ਬਹੁਤ ਵੋਟਰ ਨੇ, ਮੈਂ ਪਾਈਆਂ। ਮੈਂ ਆਪਣੀ ਗੱਲ ਕਰਦਾ, ਆਪਣੇ ਪਰਿਵਾਰ ਦੀ, ਆਪਣੇ ਦੋਸਤਾਂ ਦੀ, ਆਪਣੇ ਸਰਕਲ ਦੀ, ਆਪਣੀ ਟੀਮ ਦੀ ਗੱਲ ਕਰਦਾ ਵਾਂ। ਅਸੀਂ ਕਿਰਦਾਰ ਵੇਖ ਕੇ ਵੀ ਵੋਟਾਂ ਪਾਈਆਂ, ਅਸੀਂ ਨਿਸ਼ਾਨ ਤੋਂ ਪਹਿਲੇ ਇਨਸਾਨ ਵੇਖ ਕੇ ਵੀ ਵੋਟਾਂ ਪਾਈਆਂ। ਸੋ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ। ਜੇ ਇਕੱਲਾ ਵੇਵ ਦੇ ਨਾਲ ਅਸੀਂ ਗੱਲ ਕਰੀਏ ਕਿ ਕਿਸੇ ਦੀ ਵੇਵ ਹੈ ਤੇ ਅਸੀਂ ਚੱਲ ਪਣਾ, ਉਸ ਤੋਂ ਬਾਅਦ ਜਿਹੜੇ ਕੌਨਸੀਕੁਐਂਸਿਸ ਹੋਣੇ ਆ ਬੜੇ ਵਸਟ ਹੋ ਸਕਦੇ ਨੇ। ਔਰ ਮੈਂ ਕਹਿੰਦਾ ਕਿ ਹਜੇ ਤੁਸੀਂ ਰੱਬ ਨੂੰ ਅਰਦਾਸ ਕਰੋ, ਖੁਸ਼ੀਆਂ ਮਨਾਇਓ। ਬਹੁਤ ਵੱਡੀ ਗੱਲ ਹੋਏਗੀ, ਤੁਸੀਂ ਜਿੱਤ ਕਰਨੀ ਹੈ। ਕਿਉਂਕਿ ਮੈਂ ਤੇ ਕਹਾਂਗਾ ਕਿ ਜਿਹੜਾ MLA ਬੰਦਾ ਵਾ, ਲੈਜਿਸਲੇਸ਼ਨ ਦਾ ਰੋਲ ਤੇ ਉਹ ਘੱਟ ਨਿਭਾਉਂਦਾ, ਪਰ ਉਹ ਇਹ ਸੋਚਦਾ ਕਿ ਮੇਰੀਆਂ ਪੁਸ਼ਤਾਂ ਦਾ ਬਿਜ਼ਨਸ ਸ਼ੁਰੂ ਹੋ ਗਿਆ ਵਾ। ਕਿਉਂਕਿ ਜਿਹੜੇ MLA ਲੜਦੇ ਨੇ, ਇਲੈਕਸ਼ਨ ਕੰਟੈਸਟ ਕਰਦੇ ਨੇ, ਜਦੋਂ ਓਪਨਲੀ ਸਾਡੇ ਨਾਲ ਕਿਤੇ ਗੱਲ ਕਰਦੇ ਨੇ, ਜਿਹੜੇ ਵੀ MLA ਹੋਏ, ਮੈਂ ਕਿਸੇ ਆਈ ਡੋਂਟ ਵਾਂਟ ਟੂ ਨੇਮ ਐਨੀਵਨ, ਬਟ ਮੈਂ ਇੱਕ ਚੀਜ਼ ਕਹਾਂਗਾ, ਉਹਨਾਂ ਨਾਲ ਰਹਿ ਕੇ ਇਹ ਚੀਜ਼ ਵੇਖੀਏ ਕਿ ਉਹ ਸਿਰਫ ਕੰਸੀਡਰ ਕਰਦੇ ਨੇ ਕਿ ਉਹਨਾਂ ਦਾ ਜਿਹੜਾ ਵਾ ਕਾਰੋਬਾਰ ਨਾ ਖਤਮ ਹੋ ਜੇ। ਉਹ ਕਾਰੋਬਾਰ ਕਰਕੇ 5 ਸਾਲ ਤੋਂ ਬਾਅਦ ਦੁਬਾਰਾ ਇਲੈਕਸ਼ਨ ਲੜਦੇ ਆ। ਤੁਹਾਡੇ ਤੇ ਸਾਡੇ ਵਾਸਤੇ ਕਦੀ ਇਲੈਕਸ਼ਨ ਨਹੀਂ ਲੜੀ ਜਾਂਦੀ,
ਕਦੀ ਮਾਸਿਸ ਵਾਸਤੇ ਨਹੀਂ ਲੜਿਆ ਜਾਂਦਾ, ਕਦੀ ਲਾਅ ਉਹ ਜਿਹੇ ਨਹੀਂ ਬਣਾਏ ਜਾਂਦੇ। ਕੌਣ ਬਣਾਊਗਾ ਲਾਅ ਜਦੋਂ ਕੈਂਡੀਡੇਟ ਕੋਈ ਬਿਲਕੁਲ 10ਵੀਂ ਪਾਸ ਨਹੀਂ ਹੈ, ਜਾਂ ਫਿਰ ਬਹੁਤ ਜਿਹੜਾ ਪੜ੍ਹਿਆ ਵਾ ਉਹਦੇ 'ਚ ਐਰੋਗੈਂਸ ਹੈ, ਜਾਂ ਕੁਝ ਇਹੋ ਜਿਹੀਆਂ ਚੀਜ਼ਾਂ ਨੇ। ਮੈਨੂੰ ਇੱਕ ਚੀਜ਼ ਦੱਸੋ ਕਿ ਕੰਸੈਂਸਸ ਕਿੱਥੇ ਆਏਗਾ? ਕੰਸੈਂਸਸ ਦੇ ਨਾਲ ਲਾਅ ਬਣਦੇ ਨੇ ਸਾਡੀ ਬਿਹਤਰੀ ਲਈ। ਕੱਲ ਮੋਗੇ ਦੇ ਵਿੱਚ, ਕੱਲ ਪਠਾਨਕੋਟ ਦੇ ਵਿੱਚ ਇੱਕ ਲੜਕੇ ਨੂੰ ਬਹੁਤ ਬੁਰੀ ਤਰ੍ਹਾਂ ਵੱਢਿਆ, ਤੁਸੀਂ ਦੇਖੀ ਹੋਣੀ ਨਿਊਜ਼, ਔਰ ਉਹਨੂੰ ਮਾਰਨ ਤੋਂ ਬਾਅਦ ਵੀ 4 ਲੜਕੇ ਉਹਨੂੰ ਮਾਰੀ ਜਾ ਰਹੇ ਸੀ। ਇਸ ਤਰ੍ਹਾਂ ਮੋਗੇ ਦੇ ਵਿੱਚ ਇੱਕ ਬਜ਼ੁਰਗ ਔਰਤ ਬੈਠੀ, ਕੱਲ ਨਿਊਜ਼ ਆਈ, ਉਹਦੀ ਵਾਲੀ ਖੋਈ, ਉਹਦਾ ਨੱਕ ਦੀ ਹੱਡੀ ਔਰ ਦੰਦ ਟੁੱਟ ਗਏ ਅਗਲੇ। ਸੋ ਲਾਅ ਐਂਡ ਆਰਡਰ ਦੀ ਗੱਲ ਕਰੀਏ, ਜਿਹੜੀ ਸਾਡੀ ਬੇਸਿਕ ਨੀਡ ਹੈ, ਉਹ ਤਾਂ ਇੱਥੇ ਹੈ ਨਹੀਂ। ਉਹ ਹੁਣ ਮੈਂ ਫਿਰ ਕੀੜੀ ਘਰ ਨਰਾਇਣ ਵਾਲੀ ਗੱਲ ਹੈ ਕਿ ਅਸੀਂ ਜਦੋਂ ਦੀ 20 ਫਰਵਰੀ ਦੀ ਇਲੈਕਸ਼ਨ ਸੀ, ਇਲੈਕਸ਼ਨ ਤੋਂ ਬਾਅਦ ਸ਼ਾਇਦ ਕਿਸੇ ਦੇ ਘਰ ਤੁਸੀਂ ਦੱਸੋ ਕਿ ਤੁਹਾਡੇ ਘਰ ਕੋਈ MLA ਆਏ ਜਿਹੜੇ ਰੋਜ਼ ਆਉਂਦੇ ਸੀ? ਕਿਸੇ ਨੇ ਨਹੀਂ ਆਉਣਾ। ਹੁਣ 2024 ਦਾ ਡਰਾਮਾ ਸ਼ੁਰੂ ਹੋ ਗਿਆ। 2024 ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੇ ਇਗਨਾਈਟ ਕਰਨੀ ਸ਼ੁਰੂ ਕਰਤੀ ਫਾਇਰ ਕਿ ਹੁਣ ਅਸੀਂ ਇਹ ਕਰਾਂਗੇ, ਉਹ ਕਰਾਂਗੇ, ਲੋਕਾਂ 'ਚ ਆਉਣਾ ਸ਼ੁਰੂ ਕਰਤਾ। ਸੋ ਇਹ ਕਾਰੋਬਾਰ ਨੇ ਉਹਨਾਂ ਦੇ। ਪਲੀਜ਼ ਸੋਚ ਸਮਝ ਕੇ ਸਾਰੀ ਕੁਝ ਡਿਸਾਈਡ ਕਰਿਆ ਕਰੋ। 2017 ਤੋਂ 22 ਜਿਹੜਾ 22 ਵਾਲਾ ਤੇ ਕਿੱਸਾ ਖਤਮ ਹੋ ਚੁੱਕਿਆ ਲੈਜਿਸਲੇਸ਼ਨ ਦਾ। ਜੋ ਤੁਸੀਂ ਲੋਕਾਂ ਨੇ ਆਪਣਾ ਦਿਮਾਗ ਵਰਤਿਆ, ਜਾਂ ਕਿਸੇ ਵੀ ਚੀਜ਼ ਕਾਰਨ ਤੁਸੀਂ ਜਿਹੜੀਆਂ ਵੋਟਾਂ, ਤੁਹਾਡੇ ਰਿਲੇਸ਼ਨਸ, ਤੁਹਾਡਾ ਦਿਮਾਗ, ਤੁਸੀਂ ਕਿਸੇ ਨੂੰ ਚੰਗਾ ਗਿਣਦੇ ਹੋ, ਕਿਸੇ ਦੂਸਰੇ ਨੂੰ ਮਾੜਾ ਗਿਣਦੇ ਹੋ, ਉਹਦੇ ਕਰਕੇ ਜਿਹੜਾ ਉਹ ਬੰਦ ਹੋ ਚੁੱਕਾ। ਔਰ ਜਿਹੜਾ ਰਿਜ਼ਲਟ ਹੈਗੀਆਂ, ਰਿਜ਼ਲਟ ਤੋਂ ਪਹਿਲੇ ਜਿਹੜੀਆਂ ਖੁਸ਼ੀਆਂ ਮਨਾਉਣੀਆਂ, ਮੈਂ ਉਹਨਾਂ ਨੂੰ ਜਾਇਜ਼ ਨਹੀਂ ਸਮਝਦਾ। ਲੈਟਸ ਵੇਟ ਫॉर ਦਾ ਟਾਈਮ। ਜੇ ਵਧੀਆ ਬਹੁਮਤ ਆ ਜੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇ, ਆਈ ਵਿਲ ਬੀ ਹੈਪੀ ਆਲਸੋ ਕਿ ਚਲੋ ਕਿਸੇ ਨੂੰ ਮੌਕਾ ਮਿਲਿਆ, ਉਹਨਾਂ ਨੂੰ 5 ਸਾਲ ਦਿੱਤੇ ਜਾਣ। ਲੋਕਾਂ ਦਾ ਵੀ ਇੱਕ, ਮੈਂ ਚਾਹੁੰਦਾ ਕਿ ਐਤਕੀ ਲੋਕਾਂ ਦਾ ਵੀ ਇੱਕ ਵਹਿਮ ਜਿਹੜਾ ਨਾ ਖਤਮ ਹੋਵੇ ਕਿ ਇਹ 2 ਪਾਰਟੀਆਂ ਤੋਂ ਬਿਨਾਂ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ। ਲੈਟਸ ਡਿਸਾਈਡ। ਉਹਨਾਂ ਨੇ ਡਿਸਾਈਡ ਕਰ ਲਿਆ ਐਂਡ ਇਟ ਇਜ਼ ਦੇਅਰ ਥਿੰਕਿੰਗ। ਜੇ ਉਹਨਾਂ ਨੇ ਅੱਜ ਹੁਣ ਉਹਨਾਂ ਨੂੰ ਪਾਤੀਆਂ ਤੇ ਉਹਨਾਂ ਨੂੰ ਰਿਜ਼ਲਟ ਵੀ ਜਿਹੜੇ ਆ ਪੋਜ਼ਿਟਿਵ ਆਉਣੇ ਚਾਹੀਦੇ ਆ, ਜਿਹਦੇ ਵਿੱਚ ਕਾਰੋਬਾਰ, ਰੋਜ਼ਗਾਰ, ਲਾਅ ਐਂਡ ਆਰਡਰ, ਵਿਮਨ ਸਿਕਿਉਰਿਟੀ, ਕਿਉਂਕਿ ਅੱਜ ਇੰਟਰਨੈਸ਼ਨਲ ਵਿਮਨ ਡੇ ਹੈ ਜੀ, ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਬੱਚਿਆਂ ਦਾ ਭਵਿੱਖ, ਪ੍ਰਾਈਵੇਟ ਸਕੂਲ ਦੀ ਜਿਹੜੀ ਨਕੇਲ ਹੈ ਕੱਸਣੀ, ਇਹ ਚੀਜ਼ਾਂ, ਜਿਹੜੇ ਰਾਈਜ਼ਿੰਗ ਇਨਫਲੇਟਿੰਗ ਪ੍ਰਾਈਸਿਸ ਨੇ, ਇਹ ਚੀਜ਼ਾਂ ਸਟੇਟ ਦੇ ਵਿੱਚ, ਇਹ 7-8 ਚੀਜ਼ਾਂ ਸਟੇਟ ਦਾ ਕੰਮ ਹੈ। ਔਰ ਜੇ ਚੰਗੀ ਸਰਕਾਰ ਬਣਦੀ ਹੈ, ਇਹ ਚੀਜ਼ਾਂ ਕਰਦੀ ਹੈ, ਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਸਾਰੇ ਕਹੀਏ ਕਿ ਅਗਲੇ ਵਾਰ ਫਿਰ 5 ਸਾਲ ਇਸ ਪਾਰਟੀ ਨੂੰ ਲਿਆਓ ਜਿਹਨੇ ਹੁਣ ਬਹੁਮਤ ਲਈ ਹੈ। ਕੀ ਬਾਤ ਹੈ। ਮਤਲਬ ਇਹ ਜਿਹੜੇ ਕੰਮ ਆ ਬੇਸਿਕ ਆ, ਇਹ ਤੋਂ ਇਲਾਵਾ ਤੇ ਕਰਨੇ ਪੈਣੇ ਆ, ਬਟ ਇਹ ਚਾਹੀਦੇ ਹੀ ਚਾਹੀਦੇ ਆ। ਨੰਬਰ 2, ਹਰਸਿਮਰਨ ਜੀ, ਲਗਾਤਾਰ ਆਪਾਂ ਨੇ ਵੋਟਾਂ ਤੋਂ ਪਹਿਲਾਂ ਦੇਖਿਆ ਕਿ ਹਰ ਸਰਕਾਰ ਆਪਸ ਦੇ ਵਿੱਚ ਨਿਸ਼ਾਨੇ ਦਾਗਦੀ ਆ। ਹੁਣ ਸਿੱਧੂ ਸਾਹਿਬ ਦੀ ਗੱਲ ਕਰੀਏ, ਮਜੀਠੀਆ ਸਾਹਿਬ ਦੀ, ਵੋਟਾਂ ਤੋਂ ਬਾਅਦ ਚੁੱਪ ਹੋ ਗਏ। ਕਿੰਨੇ ਦਿਨ ਹੋ ਗਏ, ਅੱਜ ਰਿਜ਼ਲਟ ਵੀ ਨੇੜੇ ਆ। ਹੁਣ ਤੱਕ ਕੋਈ ਵੀ ਇਹੋ ਜਿਹੀ ਵੀਡੀਓ ਸਾਹਮਣੇ ਆਈ, ਹੁਣ ਕੋਈ ਵੀ ਇਹੋ ਜਿਹਾ ਅਪਸ਼ਬਦ ਕਿਹਾ, ਹੁਣ ਕੋਈ ਵੀ MLA ਗਿਆ ਕਿਸੇ ਦੇ ਘਰ ਦੇ ਵਿੱਚ ਨਹੀਂ। ਹੁਣ ਪਹਿਲਾਂ ਤਾਂ ਕਹਿਤਾ ਸੀਗਾ ਇਹ ਆਮ ਆਦਮੀ ਪਾਰਟੀ ਮੋਦੀ 2, ਅਸੀਂ ਕਿਸੇ ਨਾਲ ਉਹ ਨਹੀਂ ਕਰਨਾ, ਪਰ ਹੁਣੇ ਫਿਰ ਕਾਂਗਰਸ ਗੱਠਜੋੜ ਦੀ ਗੱਲ ਵੀ ਕਰਦੀ ਹੈ। ਮਤਲਬ ਇਹ ਜੋ ਤੁਸੀਂ ਕਾਰੋਬਾਰ ਦੀ ਗੱਲ ਕੀਤੀ ਹੈ, ਉਹੀ ਕਾਰੋਬਾਰ ਆ ਕਿ ਖਰਾਬ ਨਾ ਹੋ ਜੇ। ਮੈਂ ਕੱਲ ਸਾਡੇ ਮਾਨਯੋਗ ਰਜਿੰਦਰ ਕੌਰ ਭੱਠਲ ਜੀ ਉਹਨਾਂ ਦਾ ਇੱਕ ਬਿਆਨ ਦੇਖ ਰਿਹਾ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੇ ਬਹੁਮਤ ਨਾ ਆਈ ਤੇ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਟ੍ਰੀਟੀ ਐਸੋਸੀਏਸ਼ਨ ਕਰਾਂਗੇ, ਜਿਹਦੇ ਨਾਲ ਗਵਰਨਮੈਂਟ ਬਣਾਵਾਂਗੇ। ਉੱਧਰੋਂ ਮੈਂ ਕੁਝ ਅਕਾਲੀ ਔਰ BJP ਲੀਡਰਸ ਦਾ ਵੀ ਵੇਖਿਆ, ਉਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ ਕਰਾਂਗੇ। ਫਿਰ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ, ਫਿਰ ਧੋਖਾ ਕਿਉਂ ਦੇ ਰਹੇ ਹੋ ਲੋਕਾਂ ਨੂੰ? ਮੈਂ ਕਿਉਂ ਸੋਚਦਾ ਵਾਂ ਕਿ ਮੈਂ ਵਾਲੀ ਪਾਰਟੀ ਨਾਲ ਐਸੋਸੀਏਟਿਡ ਹਾਂ, ਜਦੋਂ ਉਹ ਪਾਰਟੀ ਆਪਸ 'ਚ ਵੀ ਤੁਸੀਂ ਉਹਨਾਂ ਦੀ ਐਸੋਸੀਏਸ਼ਨ ਨਹੀਂ ਹੈ, ਜਸਟ ਟੂ ਮੇਕ ਅ ਗਵਰਨਮੈਂਟ। ਫਿਰ ਕਾਰੋਬਾਰ ਦੀ ਗੱਲ ਹੈ, ਗਵਰਨਮੈਂਟ ਨਹੀਂ। ਹੁਣ ਗਵਰਨਮੈਂਟ ਬਣਾਉਣ ਵਾਲਾ ਟਾਈਮ ਖਤਮ ਹੋ ਚੁੱਕਾ ਹੋਇਆ। ਗਵਰਨਮੈਂਟ ਕੋਈ ਨਹੀਂ ਸੋਚਦਾ ਕਿ ਗਵਰਨਮੈਂਟ ਬਣਨੀ ਹੈ। ਦੇ ਜਸਟ ਥਿੰਕ ਕਿ ਇੱਕ CM ਬਣਨਾ, ਇੱਕ ਉਹਦੇ ਇੰਨੀ ਟੀਮ ਬਣਨੀ ਹੈ, ਕਾਉਂਸਲ ਆਫ ਮਿਨਿਸਟਰਸ ਬਣਨੀ ਹੈ, ਕੈਬਨਿਟ ਬਣਨੀ ਹੈ, MLAs ਬਣਨੇ ਆ, ਤੇ ਉਹਨਾਂ ਨੇ ਮਿਲ ਕੇ ਜਿਹੜਾ ਵਾ ਇੱਕ ਕਾਰੋਬਾਰ ਨੂੰ ਚਲਾਉਣਾ। ਤੁਸੀਂ ਵੇਖ ਲਓ ਲਾਸਟ 5 ਸਾਲਾਂ 'ਚ ਕੀ ਕੀਤਾ ਗਿਆ। ਜਿਹੜੇ 5 ਸਾਲ ਕਾਂਗਰਸ ਦੀ ਰਜੀਮ ਰਹੀ, ਉਹਦੇ ਵਿੱਚ 4.5 ਸਾਲ ਸਿੱਧੂ ਸਾਹਿਬ ਨੇ ਕੈਪਟਨ ਜੀ ਨੂੰ ਲਾਇਆ, ਠੀਕ ਹੈ। ਉਹਨਾਂ ਨੂੰ ਬੜੀ 6 ਮਹੀਨੇ ਪਹਿਲੇ ਲਾਉਂਦੇ, ਤੇ ਅੱਜ ਮੈਂ ਵੀ ਉਹਨਾਂ ਦੀ ਬਹੁਤ ਸਪੋਰਟ ਕਰਦਾ। ਪਰ 4.5 ਸਾਲ ਬਾਅਦ ਕਿਸੇ ਨੂੰ ਲਾਣਾ, ਤੇ ਉਹ ਵੀ ਲੋਕਾਂ ਨੂੰ ਧੋਖਾ ਦੇਣ ਵਾਸਤੇ ਕਿ ਲੋਕੀ ਫਿਰ ਅਲਿਓਰ ਹੋ ਜਾਣ, ਤੇ ਤੁਹਾਨੂੰ ਲੋਕੀ ਫਿਰ ਗੁੰਮਰਾਹ ਹੋ ਕੇ ਵੋਟਾਂ ਪਾਉਣ। ਲੋਕਾਂ ਨੇ ਨਹੀਂ ਪਾਈਆਂ ਵੋਟਾਂ। ਅਸੀਂ ਲੋਕਾਂ ਦਾ ਵੀ ਰੁਝਾਨ ਵੇਖ ਰਹੇ ਸੀ। ਇਹ ਗੱਲਾਂ ਜਿਹੜੀਆਂ ਸਾਨੂੰ ਲੋਕੀ ਮਿਲਦੇ ਸੀ, ਮੈਂ ਤਾਂ ਕਿਸੇ ਕੋਲ ਨਹੀਂ ਸੁਣਿਆ ਕਿ ਇਸ ਕਰਕੇ ਅਸੀਂ ਵੋਟਾਂ ਪਾਈਆਂ ਕਿ ਇੱਕ ਬੰਦਾ ਲਾਤਾ ਸੀ, ਹੁਣ ਨਾ ਚੰਗਾ ਕੰਮ ਕਰਨਗੇ। ਇੱਕ ਮੌਕਾ ਦਿਓ, ਇੱਕ ਮੌਕਾ ਹਰ ਮੰਗ ਰਿਹਾ। ਇੱਕ ਮੌਕਾ ਕੇਜਰੀਵਾਲ ਨੂੰ ਦਿਓ, ਇੱਕ ਮੌਕਾ ਸੁਖਬੀਰ ਜੀ ਨੂੰ ਦਿਓ, ਇੱਕ ਮੌਕਾ ਕੈਪਟਨ ਨੂੰ ਦਿਓ, ਇੱਕ ਮੌਕਾ ਸਿੱਧੂ ਸਾਹਿਬ ਨੂੰ ਦਿਓ। ਕਿੰਨੇ ਕੁ ਮੌਕੇ ਤੁਹਾਨੂੰ ਦੇ ਦਈਏ? ਦਿੱਲੀ ਦੇ ਵਿੱਚ ਮੌਕੇ ਦੇ ਦਿੱਤੇ ਆ, ਸਾਰੇ ਵੇਖ ਰਹੇ ਆ। ਦਿੱਲੀ ਦੇ ਲੋਕੀ ਇਸ ਵੇਲੇ ਹੈਪੇਜ਼ਡ ਹੋਏ ਪਏ ਨੇ। ਮੈਂ RTI ਦੀ ਇਨਫੋਰਮੇਸ਼ਨ ਦੀ ਗੱਲ ਕਰ ਰਿਹਾ ਸੀ। 2015 ਤੋਂ ਬਾਅਦ ਕੋਈ ਨਵਾਂ ਸਕੂਲ ਨਹੀਂ ਬਣਿਆ। ਉੱਥੇ ਕਲਾਸ ਰੂਮਸ ਬਣਾਏ ਜਾਂਦੇ ਨੇ ਜਿਨ੍ਹਾਂ ਨੂੰ ਸਕੂਲ ਦਾ ਨਾਮ ਦਿਆ ਜਾਂਦਾ। ਮੁਹੱਲਾ ਕਲੀਨਿਕ ਉੱਥੇ ਵਰਕ ਨਹੀਂ ਕਰ ਰਹੇ। ਲਿਕਰ ਪਾਲਿਸੀ ਜਿਹੜੀ ਹੈ ਇੰਨੀ ਕੁ ਜ਼ਿਆਦਾ ਕਰਤੀ, ਲਾਈਨਾਂ 'ਚ ਲੱਗ ਕੇ ਲੋਕੀ ਲੜ ਰਹੇ ਆ, ਇੱਕ ਨਾਲ ਇੱਕ ਫ੍ਰੀ ਕਰਤੀ।
ਸਾਡਾ ਸਟੇਟ ਜਿਹੜਾ ਵਾ ਇੱਥੇ ਹਰਿਮੰਦਰ ਸਾਹਿਬ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਸਾਨੂੰ ਕੰਟਰੋਲ ਜਾਂ ਟੈਕਲ ਕਰਨਾ ਜਾਂ ਇੱਥੇ ਲਾਅ ਬਣਾਉਣੇ, ਦੈਟ ਇਜ਼ ਟੋਟਲੀ ਡਿਫਰੈਂਟ ਇਫ ਵੀ ਕੰਪੇਅਰ ਆਵਰਸੈਲਵਸ ਵਿਦ NCT ਦਿੱਲੀ ਨਾਲ ਕੰਪੇਅਰ ਕਰਦੇ ਹਾਂ ਤੇ ਇਟ ਇਜ਼ ਅ ਟੋਟਲ ਡਿਫਰੈਂਟ ਲਾਅ ਜਿਹੜੇ ਇੱਥੇ ਬਣਨੇ। ਇੱਥੇ ਲੋਕਾਂ ਦੀਆਂ ਨੀਡਸ, ਇੱਥੇ ਲੋਕਾਂ ਦੀਆਂ ਪ੍ਰੈਫਰੈਂਸਿਸ, ਇੱਥੇ ਨੌਜਵਾਨ ਯੂਥ ਕੀ ਚਾਹੁੰਦੀ ਹੈ, ਉਹ ਟੋਟਲ ਡਿਫਰੈਂਟ ਹੈਗਾ। ਸੋ ਇਹ ਚੀਜ਼ ਨੂੰ ਕੰਸੀਡਰ ਕਰਕੇ ਸਾਨੂੰ ਇਹ ਵੇਖਣਾ ਚਾਹੀਦਾ। ਔਰ ਜੇ ਸਰਕਾਰ ਕਿਸੇ ਦੀ ਵੀ ਆਉਂਦੀ ਹੈ, ਆਈ ਵਾਂਟ ਕਿ ਜਿਹੜੀਆਂ ਬੇਸਿਕ ਚੀਜ਼ਾਂ ਨੇ ਤੁਸੀਂ ਉਹੀ ਪ੍ਰੋਵਾਈਡ ਕਰ ਦਿਓ ਤੇ ਅਗਲੇ 5 ਸਾਲ ਜਿੱਤ ਸਕਦੇ ਹੋ। ਕੀ ਬਾਤ ਹੈ। ਅਸੀਂ ਇਹ ਗੱਲ ਕੀਤੀ ਇਲੈਕਸ਼ਨਸ ਦੀ, ਜ਼ਰੂਰੀ ਵੀ ਸੀ, ਬਣਦੀ ਵੀ ਸੀ। ਹੁਣ ਨੰਬਰ 2, ਕਈ ਮੁੱਦੇ ਛਿਪ ਜਾਂਦੇ ਆ, ਕਈ ਮੁੱਦੇ ਸਾਹਮਣੇ ਨਹੀਂ ਆਉਂਦੇ, ਕਈ ਮੁੱਦਿਆਂ 'ਤੇ ਝਾਤ ਹੀ ਨਹੀਂ ਪੈਂਦੀ। ਇੱਕ ਮੁੱਦਾ BBMB ਦਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹ ਮੁੱਦਾ ਹੁਣ ਤੱਕ ਲੋਕ ਕਿਉਂ ਨਹੀਂ ਅੰਡਰਸਟੈਂਡ ਕਰ ਪਾ ਰਹੇ, ਕਿਉਂ ਨਹੀਂ ਝਾਤੀ ਮਾਰਦੇ ਪਏ ਉਸ ਪਾਸੇ ਵੱਲ? ਕੀ ਆਪ ਧਿਆਨ ਹਟਾਇਆ ਜਾ ਰਿਹਾ ਲੋਕਾਂ ਦਾ? ਮੈਂ ਹਰਮੀਤ ਦੱਸਣਾ ਚਾਹੁੰਦਾ 3 ਆਰਡੀਨੈਂਸ ਆਏ ਸੀ ਜਿਹੜੇ ਫਾਰਮਿੰਗ ਲਾਅ ਦੇ ਉੱਤੇ 3 ਆਰਡੀਨੈਂਸ ਆਏ ਸੀ ਔਰ ਸਾਰਿਆਂ ਨੂੰ 3 ਆਰਡੀਨੈਂਸ ਦਾ ਤਕਰੀਬਨ 1 ਸਾਲ ਬਾਅਦ ਪਤਾ ਲੱਗਾ। ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਕੀ ਹੈ, ਉਹਨਾਂ 'ਚ ਕੁਝ ਬੈਡ ਹੈ ਕਿ ਕੁਝ ਗੁੱਡ ਹੈ। ਬੇਸਿਕਲੀ ਉਹ ਭਲੇ ਵਾਸਤੇ ਨਹੀਂ ਸੀ ਹੈਗੇ, ਉਹ ਮੋਨੋਪੋਲੀ ਕ੍ਰੀਏਟ ਕਰਨ ਵਾਸਤੇ ਸੀ। ਉਸ ਆਰਡੀਨੈਂਸਿਸ ਦੇ ਉੱਤੇ ਸਾਡੇ ਮਾਣਯੋਗ ਭੈਣ ਭਰਾਵਾਂ ਨੇ, ਸਾਡੇ ਕਿਸਾਨ ਪਰਿਵਾਰਾਂ ਨੇ, ਇਕੱਲੇ ਕਿਸਾਨ ਪਰਿਵਾਰ ਨਹੀਂ, ਸਾਡੇ ਤੁਹਾਡੇ ਵਰਗੇ ਸਾਰੇ ਜਿਹਦੇ 'ਚ ਪੱਤਰਕਾਰ ਵੀਰਾਂ ਨੇ ਬਹੁਤ ਡਿਊਟੀ ਨਿਭਾਈ। ਸਾਰੇ ਪੰਜਾਬ ਦੇ ਜਿਹੜੇ ਸੀ ਉਹਨਾਂ ਨੂੰ ਅਸੀਂ ਵੇਖ ਰਹੇ ਸੀ ਕਿਸ ਤਰ੍ਹਾਂ ਉਹਨਾਂ ਨੇ ਉੱਥੇ ਸਾਡੇ ਬਜ਼ੁਰਗ ਜਿਹੜੇ ਘਰਾਂ ਦੇ ਵਿੱਚ ਸੀ ਉੱਥੇ ਜਾ ਕੇ ਬੈਠੇ ਰਹੇ। 1.5 ਸਾਲ ਦੇ ਵਿੱਚ ਤਕਰੀਬਨ 750 ਸ਼ਹਾਦਤਾਂ ਤੋਂ ਬਾਅਦ ਉਹ ਕਾਨੂੰਨ ਖਾਰਜ ਕੀਤੇ ਗਏ। ਲੋਕਾਂ ਨੂੰ ਫਿਰ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ ਕਾਨੂੰਨ ਮਾੜੇ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਦੱਸਣਾ ਚਾਹੁੰਦਾ ਕਿ ਇੱਕ ਕਾਨੂੰਨ ਦਿੱਲੀ ਦੇ ਵਿੱਚ ਆਲਰੇਡੀ ਲਾਗੂ ਕੀਤਾ ਹੋਇਆ, ਪਰ ਲੋਕਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੋਕੀ ਸਿਰਫ ਉਹ ਵੇਖਦੇ ਆ ਕਿ ਜਿਹੜੀ ਚੀਜ਼ ਦੀ ਰੌਲਾ ਪੈਂਦਾ ਵਾ ਉਹਨੂੰ ਅਸੀਂ ਵੇਖ ਲਈਏ। ਲੋਕੀ ਇਨ ਡੈਪਥ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਇਸ ਤਰ੍ਹਾਂ ਹੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਤੁਸੀਂ ਮੰਨ ਨਹੀਂ ਸਕਦੇ ਕਿ ਸ਼ਾਇਦ ਉਹ ਖੇਤੀ ਆਰਡੀਨੈਂਸਿਸ ਤੋਂ ਵੀ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਇਸ਼ੂ ਚੱਲ ਰਿਹਾ ਉਹ ਉਸ ਤੋਂ ਵੀ ਉੱਤੇ ਹੈ। ਪਰ ਤੁਸੀਂ ਇੱਕ ਵਾਹਿਦ ਇਨਸਾਨ ਹੋ ਜਿਨ੍ਹਾਂ ਨੇ ਆਪਣੀ ਜਿਹੜਾ ਵਾ ਇਸ ਚੀਜ਼ ਦਾ ਕੁਐਸਚਨ ਕੀਤਾ। ਮੈਨੂੰ ਬੀਇੰਗ ਐ ਐਡਵੋਕੇਟ ਤੁਸੀਂ ਮੈਨੂੰ ਕੁਐਸਚਨ ਕੀਤਾ, ਸ਼ਾਇਦ ਤੁਹਾਡੀ ਆਸ ਹੋਏਗੀ ਕਿ ਇਹਨੂੰ ਪਤਾ ਹੋਵੇ। ਮੈਂ ਵੀ ਇਹਦੇ 'ਤੇ ਸਟੱਡੀ ਕੀਤੀ ਅਤੇ ਮੈਨੂੰ ਥੋੜ੍ਹੇ ਜਿਹੇ ਪਿੰਨ ਪੁਆਇੰਟਸ ਪਤਾ ਲੱਗੇ ਕਿ ਐਕਚੁਅਲ 'ਚ ਮਸਲਾ ਕੀ ਹੈ। ਮੈਂ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਪੰਜਾਬ ਹੈ ਇਹਦੇ ਵਿੱਚ ਇੰਦਸ ਟ੍ਰੀਟੀ ਹੋਈ ਸੀ 1960 ਦੇ ਵਿੱਚ। ਲੋਕਾਂ ਨੂੰ ਪਤਾ ਲੱਗਣਾ ਬੜਾ ਜ਼ਰੂਰੀ ਹੈ ਕਿ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਕੀ ਹੈ, ਇਹਦਾ ਕੰਮ ਕੀ ਹੈ, ਇਹਦੇ 'ਚ ਨੌਕਰੀ ਕੌਣ ਕਰਦੇ ਨੇ ਅਤੇ ਇਹਦਾ ਫਾਇਦਾ ਔਰ ਨੁਕਸਾਨ ਕੀ ਹੈ। ਅੱਜ ਮੈਂ ਬੜੇ ਸਰਲ ਸ਼ਬਦਾਂ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹਦੇ ਉੱਤੇ ਆਵਾਜ਼ ਉਠਾਓ। ਇਹ ਬਹੁਤ ਜ਼ਰੂਰੀ ਚੀਜ਼ ਆ। ਆਪਾਂ ਪਾਣੀਆਂ ਤੋਂ ਆਲਰੇਡੀ ਵਾਂਝੇ ਹੋ ਚੁੱਕੇ ਹਾਂ ਔਰ ਕੱਲ੍ਹ ਮੈਂ ਕਿਸੇ ਧੁੰਦਾ ਪਿੰਡ ਗਿਆ ਸੀ, ਉੱਥੇ 150 ਫੁੱਟ 'ਤੇ ਪਾਣੀ ਸੀ। ਜੇ ਮੈਂ ਆਪਣੇ ਸ਼ਹਿਰ ਦੇ ਵਿੱਚ ਆ ਗਿਆ ਅਤੇ ਲੋਕਾਂ ਨੇ ਨਾਲ ਟਿਊਬਵੈੱਲ ਲਾ ਲਏ ਅਤੇ 700 ਫੁੱਟ 'ਤੇ ਪਾਣੀ ਪਹੁੰਚ ਚੁੱਕਾ। ਅਤੇ ਜਿਹੜਾ ਬਚਿਆ ਵਾ ਜਿਹੜੀ ਮੈਨੇਜਮੈਂਟ ਇਹਨੂੰ ਕੰਟਰੋਲ ਕਰ ਰਹੀ ਹੈ ਉਹ ਮੈਨੇਜਮੈਂਟ ਅਤੇ ਕੰਟਰੋਲ ਸੈਂਟਰ ਦਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਪੰਜਾਬ ਦੇ ਵਿੱਚ ਕੁੱਲ ਜਿਹੜਾ ਅਨਡਿਵਾਈਡਡ ਪੰਜਾਬ ਸੀ ਇਹਦੇ ਵਿੱਚ ਰਾਵੀ, ਬਿਆਸ, ਸਤਲੁਜ, ਚੇਨਬ, ਜੇਹਲਮ ਤੇ ਚਨਾਬ, ਇਹ 5 ਦਰਿਆਵਾਂ ਕਰਕੇ ਪੰਜਾਬ ਸੀ। ਬਿਲਕੁਲ, ਜਿਹਨੂੰ ਅਸੀਂ 5 ਆਬ ਜਿਹਨੂੰ ਅਸੀਂ ਕਹਿੰਦੇ ਹਾਂ, ਰਾਵੀ, ਬਿਆਸ, ਸਤਲੁਜ, ਜੇਹਲਮ ਤੇ ਚਨਾਬ। ਇਹਦੇ ਵਿੱਚ 1 ਨਵੰਬਰ 1966 ਦੇ ਵਿੱਚ ਰੀਆਰਗਨਾਈਜੇਸ਼ਨ ਐਕਟ ਬਣਿਆ ਪੰਜਾਬ ਦਾ, ਜਿਹਦੀ ਧਾਰਾ 79 ਧਾਰਾ ਦੇ ਥੱਲੇ ਉਹਨਾਂ ਨੇ ਕੀ ਕੀਤਾ ਕਿ ਰਾਵੀ, ਬਿਆਸ, ਸਤਲੁਜ ਪਿਓਰਲੀ ਭਾਰਤ ਕੋ ਰਹਿਣਗੇ ਕਿਉਂਕਿ ਉਦੋਂ ਭਾਰਤ ਸੀ, ਪੰਜਾਬ ਦੀ ਅਜੇ ਆਰਗੇਨਾਈਜੇਸ਼ਨ ਨਹੀਂ ਸੀ ਹੋਈ। ਅਤੇ ਜਿਹੜਾ ਰਹਿ ਗਿਆ ਚਨਾਬ ਅਤੇ ਜੇਹਲਮ ਉਹ ਪਾਕਿਸਤਾਨ ਕੋ ਆ ਜਾਣਗੇ। ਹੁਣ ਇਹਦੇ ਉੱਤੇ ਬੋਰਡ ਬਣੇ, ਇਹਦੇ ਤੋਂ ਪਾਣੀ ਕਿਹਨੂੰ ਜਾਣਾ ਸੀ? ਜਿਹੜੇ ਸਾਨੂੰ ਮਿਲ ਗਏ ਜਦੋਂ ਪੰਜਾਬ ਆਰਗੇਨਾਈਜ਼ ਹੋਇਆ, ਇਹ ਪਾਣੀ ਜਾਣਾ ਸੀ ਰਾਜਸਥਾਨ, ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ। ਜਿਹੜੇ 3 ਦਰਿਆ ਨੇ ਸਾਡੇ ਰਾਵੀ, ਬਿਆਸ ਅਤੇ ਸਤਲੁਜ, ਇਹਦਾ ਪਾਣੀ ਉਹਨਾਂ ਕੋਲ ਜਾਣਾ ਸੀ। ਇੱਥੇ ਇੱਕ ਬੋਰਡ ਬਣਿਆ, ਬੋਰਡ ਦੀ 79 ਸੈਕਸ਼ਨ ਥੱਲੇ ਆਰਗੇਨਾਈਜੇਸ਼ਨ ਹੋਈ ਜਿਹਦੇ ਵਿੱਚ ਚੇਅਰਮੈਨ ਬਣਨਾ ਸੀ, ਜਿਹਦੇ ਵਿੱਚ ਟਰਸਟੀ ਬਣਨੇ ਸੀ। ਔਰ ਕਿੰਨੀ ਵੱਡੀ ਗੱਲ ਹੈ ਕਿ ਤੁਹਾਨੂੰ ਸਭ ਨੂੰ ਇਹ ਪਤਾ ਹੀ ਨਹੀਂ ਹੈ ਕਿ 12,000 ਐਮਪਲੋਈਜ਼ ਉਹਦੇ ਵਿੱਚ ਨੌਕਰੀ ਕਰਦੇ ਸੀ, ਨੌਕਰੀ ਕਰ ਰਹੇ ਨੇ ਪ੍ਰੈਜ਼ੈਂਟਲੀ। ਕਿਉਂਕਿ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਇੱਕ ਛੋਟੀ ਜਿਹੀ ਫੈਕਟਰੀ ਲਾ ਲਓ ਕਿਸੇ ਦੀ ਕੋਈ ਪੇਪਰ ਮਿਲ ਆ, ਉਹਨਾਂ ਕੋਲ 5,000 ਐਮਪਲਾਈ ਨੇ ਅਤੇ ਜਿਹਨੇ ਸਾਰਾ ਪੰਜਾਬ ਦਾ ਪਾਣੀ ਕੰਟਰੋਲ ਕਰਨਾ ਉਹਦੇ ਵਿੱਚ 12,000 ਐਮਪਲਾਈ ਸੀ। ਟੈਕਨੀਕਲ ਲੈਵਲ 'ਤੇ ਉਹ ਸਾਰੇ ਇੰਜੀਨੀਅਰ ਸੀ
ਔਰ ਉਹ ਸਾਰੇ ਇੰਜੀਨੀਅਰ ਜਿਹੜੇ ਸੀ ਉਹ ਪੰਜਾਬ ਦੇ ਵਿੱਚੋਂ ਸਾਡੇ ਵਰਗੇ ਭੈਣ ਭਰਾ ਜਿਹੜੇ ਪੜ੍ਹੇ ਨੇ, ਇੰਜੀਨੀਅਰਿੰਗ ਕੀਤੀ ਜਿਨ੍ਹਾਂ ਨੇ, ਉਹਨਾਂ ਨੂੰ ਉਹ ਰੋਜ਼ਗਾਰ ਦਾ ਮੌਕਾ ਮਿਲ ਰਿਹਾ ਸੀ, ਨੌਕਰੀ ਕਰ ਰਹੇ ਸੀ, ਆਪਣਾ ਪਰਿਵਾਰ ਚਲਾ ਰਹੇ ਸੀ। ਹੁਣ ਸੈਂਟਰ ਨੇ 23 ਫਰਵਰੀ 2022 ਨੂੰ ਇੱਕ ਅਮੈਂਡਮੈਂਟ ਉਹਦੇ ਵਿੱਚ ਘੋਸ਼ਿਤ ਕਰਤੀ। ਮੈਨੂੰ ਨਾ ਇੱਕ ਚੀਜ਼ ਨਹੀਂ ਸਮਝ ਲੱਗਦੀ ਕਿ ਜਿਹੜੀਆਂ ਅਮੈਂਡਮੈਂਟਸ ਨੇ, ਹਰ ਇੱਕ ਅਮੈਂਡਮੈਂਟ ਨੂੰ ਪ੍ਰਪੋਜ਼ ਕੀਤਾ ਜਾ ਰਿਹਾ ਵਿਦਆਊਟ ਟੇਕਿੰਗ ਇਨਟੂ ਕੌਨਫੀਡੈਂਸ ਉਹ ਟੀਮ ਜਿਨ੍ਹਾਂ ਨੂੰ ਉਹਨੇ ਇਫੈਕਟ ਕਰਨੀ ਹੈ। ਜਿਹੜੇ ਕਿਸਾਨੀ ਲਾਅ ਬਣਾਏ ਕੈਂਸਲ ਪਤਾ ਕਿਉਂ ਕੀਤੇ ਆ? ਕਿਉਂਕਿ ਉਹ ਕਿਸਾਨਾਂ ਨੂੰ ਪੁੱਛ ਕੇ ਨਹੀਂ ਸੀ ਬਣਾਏ। ਹੁਣ ਭਾਖੜਾ ਨੰਗਲ ਪ੍ਰੋਜੈਕਟ ਜਿਹੜਾ ਬੋਰਡ ਹੈ, ਇਹਨਾਂ ਨੇ ਇੱਕ ਅਮੈਂਡਮੈਂਟ, ਸੈਂਟਰਲ ਗਵਰਨਮੈਂਟ ਨੇ ਇੱਕ ਅਮੈਂਡਮੈਂਟ ਲੈ ਆਂਦੀ ਹੈ। ਮਤਲਬ ਮੈਂ ਕਹਿਣਾ ਚਾਹੁੰਦਾ ਕਿ ਮੋਦੀ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਲਾਈਮਲਾਈਟ 'ਚ ਰਹਿਣ ਦੀ ਲੋੜ ਹੈ। ਉਹ ਕੋਈ ਕੰਮ ਚੰਗਾ ਹੋਵੇ ਜਾਂ ਮਾੜਾ ਹੋਵੇ, ਇਹ ਨਹੀਂ ਫੀਲ ਕਰਨਾ ਕਿ ਉਹਦਾ ਫਾਇਦਾ ਲੋਕਾਂ ਨੂੰ ਹੋਊਗਾ ਕਿ ਨੁਕਸਾਨ ਹੋਊਗਾ। ਪੰਜਾਬ ਦੇ ਵਿੱਚ 12,000 ਘਰਾਂ 'ਚ ਨੌਕਰੀ ਸਪੋਜ਼ ਚਲੇ ਜਾਵੇ, 4,000 ਬੰਦਾ ਪੰਜਾਬ ਦਾ ਰਹਿ ਜੇ, 8,000 ਬੰਦਾ ਪੂਰੇ ਭਾਰਤ ਦੇ ਵਿੱਚੋਂ ਉਹਨਾਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਦੇ ਸਕਦੇ ਆ। ਇਹ ਹੁਣ ਜਿਹੜੀ ਨਵੀਂ ਅਮੈਂਡਮੈਂਟ ਕੀਤੀ ਉਹਨਾਂ ਨਾਲ, ਉਸ ਅਮੈਂਡਮੈਂਟ ਦੇ ਨਾਲ ਕੀ ਹੋਊਗਾ? ਪਹਿਲਾ ਸਟੈਪ ਸਿਰਫ ਹੈਗਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਬੇਸਿਕ ਰੂਲਸ ਨਹੀਂ ਚੇਂਜ ਕਰ ਰਹੇ, ਪਾਣੀ ਦੀ ਵੰਡ ਜਿੱਦਾਂ ਹੋ ਰਹੀ ਹੈ ਉੱਦਾਂ ਹੀ ਚੱਲੇਗੀ। ਪਰ ਪਾਣੀ ਦੀ ਵੰਡ ਉਦੋਂ ਚੇਂਜ ਹੋਣੀ ਹੈ, ਹਿਡਨ ਏਜੰਡਾ ਦੱਸ ਰਿਹਾ, ਜਦੋਂ ਸਾਰੇ EMPLOYEE ਆ ਗਏ ਦਿੱਲੀੋਂ, ਜਦੋਂ ਪੂਰੇ ਇੰਡੀਆ ਦੇ ਵਿੱਚੋਂ ਇੱਥੇ EMPLOYEE ਆ ਗਈ। ਪੰਜਾਬ ਦਾ ਪਿਓਰਲੀ ਕੰਟਰੋਲ ਇਹਨੂੰ ਬਿਆਸ, ਦੋ ਦਰਿਆ ਬਿਆਸ ਤੇ ਭਾਖੜਾ ਪੰਜਾਬ ਦੇ ਵਿੱਚ ਪਾਣੀ, ਬਿਜਲੀ ਪ੍ਰੋਵਾਈਡ ਕਰ ਰਹੇ ਨੇ। ਔਰ ਇਹ ਦੋ ਜਿਹੜੇ ਪ੍ਰੋਜੈਕਟ ਨੇ ਇਹਨਾਂ ਨੂੰ ਮਿਲਾ ਕੇ ਕਿਹਾ ਗਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ। ਹੁਣ 12,000 EMPLOYEES ਦੀ ਨੌਕਰੀ ਜਾਣੀ ਜੇ ਜਲਦੀ, ਪਰ ਕਿਸੇ ਨੇ ਇਹ 'ਤੇ ਰੌਲਾ ਨਹੀਂ ਪਾਇਆ। ਕਿਉਂ ਨਹੀਂ ਪਾਇਆ? ਕਿਉਂਕਿ ਹਰਮੀਤ ਜੀ ਕਿਸੇ ਨੂੰ ਪਤਾ ਹੀ ਨਹੀਂ। ਬਿਲਕੁਲ, ਇਹ ਰੱਬ ਦਾ ਭਲਾ ਹੋਏ ਕਿ ਤੁਹਾਡੇ ਵਰਗੇ ਵੀਰ ਜਿਹੜੇ ਨੇ ਅਖਬਾਰ 'ਚੋਂ ਪੜ੍ਹ ਕੇ, ਸੋਸ਼ਲ ਮੀਡੀਆ ਤੋਂ ਵੇਖ ਕੇ ਕਿ ਪੰਜਾਬ ਦੇ ਵਿੱਚ ਕੋਈ ਇਸ਼ੂ ਇਹੋ ਜਿਹੇ ਨੇ ਜਿਨ੍ਹਾਂ ਉੱਤੇ ਟੈਕਨੀਕਲੀ ਬੋਲਣਾ ਜ਼ਰੂਰੀ ਹੈ, ਤੁਸੀਂ ਅੱਗੇ ਲੈ ਕੇ ਆਉਂਦੇ। ਜੇ ਤੁਸੀਂ ਅੱਗੇ ਨਾ ਲੈ ਕੇ ਆਉਂਦੇ ਸ਼ਾਇਦ ਅੱਜ ਮੈਂ ਵੀ ਨਾ ਬੋਲਦਾ। ਮੈਨੂੰ ਵੀ ਇਹ ਬੋਲਣ ਵਾਸਤੇ ਥੋੜ੍ਹਾ ਇਹਦੇ ਡੈਪਥ 'ਚ ਜਾਣਾ ਪਿਆ, ਪੁੱਛਣਾ ਪਿਆ, ਉੱਥੋਂ ਦੇ ਲੋਕਾਂ ਨਾਲ ਮੈਂ ਕੰਸਰਨ ਕੀਤਾ, ਟੈਕਨੀਕਲ ਲੈਵਲ 'ਤੇ ਪੁੱਛਿਆ। ਪਰ ਐਜ਼ ਅ ਲਾਇਰ ਮੈਂ ਦੱਸਦਾ ਪਿਆ ਕਿ ਇਹ ਜਿਹੜਾ ਵਾ ਬਹੁਤ ਹੀ ਜ਼ਿਆਦਾ ਜਿਹੜਾ ਵਾ ਬਲਰ ਸਿਸਟਮ ਨੂੰ ਕਰ ਦੇਗਾ। ਬਲੌਟ ਹੈ ਸਾਡੇ 'ਤੇ ਇਹ ਅਮੈਂਡਮੈਂਟ। ਔਰ ਬੜੀ ਵਧੀਆ ਗੱਲ ਹੈ ਕਿ ਸਾਡੇ ਜਿਹੜੇ ਫਾਰਮਰਸ ਨੇ, ਸਾਡੇ ਵੀਰ ਨੇ, ਕਿਉਂਕਿ ਸਾਡੇ ਦੇਸ਼ ਨੂੰ ਫਾਰਮਰ ਚਲਾ ਰਿਹਾ। ਮੈਂ ਸਿੱਧੀ ਜੀ ਗੱਲ ਦੱਸਾਂ, ਸਾਡੇ ਦੇਸ਼ ਨੂੰ ਹੋਰ ਕੋਈ ਮੈਨੇਜਮੈਂਟ ਨਹੀਂ ਚਲਾ ਰਹੀ। ਮਾੜਾ ਲਾਅ ਆਉਂਦਾ ਉਹ ਸ਼ਹੀਦ ਹੁੰਦੇ ਨੇ, ਚੰਗਾ ਲਾਅ ਆਉਂਦਾ ਤੇ ਉਹ ਲੈ ਕੇ ਆਉਂਦੇ ਨੇ। ਸੋ ਉਹਨਾਂ ਨੇ ਇਹਦੇ 'ਤੇ ਸਟੈਂਡ ਲਿਆ। ਔਰ ਮੈਂ ਇੱਕ ਚੀਜ਼ ਹੋਰ ਵੀ ਵੇਖੀ, ਸੁਨੀਲ ਜਾਖੜ ਜੀ ਨੇ ਵੀ ਇੱਕ ਰਿਪਰੈਜ਼ੈਂਟੇਸ਼ਨ ਉੱਥੇ ਲਿਖੀ ਹੈ ਕਿ ਸੈਂਟਰਲ ਗਵਰਨਮੈਂਟ, ਯੂਨੀਅਨ ਗਵਰਨਮੈਂਟ ਨੂੰ ਕਿ ਤੁਸੀਂ ਇਹ ਜਿਹੜਾ ਅਮੈਂਡਮੈਂਟ ਕੀਤੀ ਹੈ ਦੈਟ ਵਿਲ ਅਫੈਕਟ ਦੀ ਰਾਈਟਸ ਆਫ ਦੀ ਪੀਪਲ ਆਫ ਪੰਜਾਬ। ਸਾਡੀਆਂ EMPLOYMENTS ਆਲਰੇਡੀ ਰੋਜ਼ਗਾਰ ਨਹੀਂ ਹੈਗਾ। ਰੋਜ਼ਗਾਰ 12,000 ਪਰਿਵਾਰਾਂ ਦਾ ਰੋਜ਼ਗਾਰ, ਮਤਲਬ ਪਤਾ ਜੀ ਇਹ 12 × 5 60,000 ਲੋਕਾਂ ਨੂੰ ਰੋਟੀ ਨਾ ਮਿਲਣੀ ਸਿਰਫ ਇੱਕ ਪ੍ਰੋਜੈਕਟ ਤੋਂ। ਔਰ ਇਹ ਸੈਂਟਰਲ ਗਵਰਨਮੈਂਟ ਦੀ ਨੀਤੀ ਕਿਉਂ ਹੈ ਪਤਾ? ਕਿਉਂਕਿ ਪੰਜਾਬ ਨੂੰ ਆਪਣਾ ਪੁੱਤਰ, ਆਪਣੀ ਧੀ, ਆਪਣਾ ਭੈਣ ਭਰਾ ਕਦੀ ਸੈਂਟਰ ਵੱਲੋਂ ਸਮਝਿਆ ਹੀ ਨਹੀਂ ਗਿਆ। ਜਦੋਂ ਤੱਕ ਮੈਂ ਕਹਾਂਗਾ, ਜਦੋਂ ਤੱਕ ਸਾਡੇ ਲਈ ਸਾਡੇ ਜਿਹੜੇ ਪੈਕੇਜਸ ਆਉਂਦੇ ਨੇ ਪੰਜਾਬ ਤੇ ਲੱਗਦੇ ਹੀ ਨਹੀਂ, ਜਦੋਂ ਤੱਕ ਲੀਡਰਸ਼ਿਪ, ਫਿਰ ਗੱਲ ਆ ਜਾਂਦੀ ਲੀਡਰਸ਼ਿਪ ਦੀ। ਲੀਡਰ ਕੌਣ? ਕਿ ਲੋਕੀ ਕਹਿੰਦੇ ਆ ਆਜ਼ਾਦ MLA। ਮੈਂ ਕਹਿੰਦਾ ਆਜ਼ਾਦ MLA ਲੜ ਕੇ ਆਪਣੀ ਰਾਈਟ ਲੈ ਕੇ ਆ ਸਕਦਾ, ਪਰ ਉਹ ਆਪਣੀ ਆਜ਼ਾਦੀ ਖੋ ਚੁੱਕਾ ਚੰਦ ਪੈਸਿਆਂ 'ਤੇ। ਅਸੀਂ ਵਿਕ ਚੁੱਕੇ ਹਾਂ। ਸੈਂਟਰ ਕੋਲ, ਪੰਜਾਬ ਕੋਲ, ਸਟੇਟ ਕੋਲ। ਸੈਂਟਰ ਨੇ ਕੀ ਕੀਤਾ ਵਾ? ਜਦੋਂ ਲਾਅ ਬਣਾਇਆ ਫਾਰਮਿੰਗ ਦੇ, ਫਾਰਮ ਲਾਅ ਬਣਾਏ, ਕਾਲੇ ਕਾਨੂੰਨ, ਬਲੈਕ ਲਾਅਸ ਜਿਨ੍ਹਾਂ ਨੂੰ ਕਹਿੰਦੇ ਆ ਅਸੀਂ, ਜਿਹੜੇ ਬਲੌਟ ਸੀ ਜਿਨ੍ਹਾਂ ਕਰਕੇ ਇੰਨੀ ਦੁਨੀਆ ਚਲੀ ਗਈ। ਔਰ ਉਸ ਤੋਂ ਬਾਅਦ ਵੀ ਉਹਨਾਂ ਦੀ ਪਾਰਟੀ ਕਹਿੰਦੀ ਸੀ ਕਿ ਅਸੀਂ ਇਲੈਕਸ਼ਨ ਜਿੱਤ ਸਕਦੇ ਹਾਂ। ਮੈਨੂੰ ਪਤਾ ਤੁਸੀਂ ਜਿੱਤ ਨਹੀਂ ਸਕਦੇ, ਪਰ ਮੈਂ ਇੱਕ ਚੀਜ਼ ਦੱਸਦਾ ਵਾਂ ਕਿ ਫੈਡਰਲ ਸਟਰਕਚਰ ਕੀ ਹੁੰਦਾ ਲੋਕਾਂ ਨੂੰ ਪਤਾ ਹਰਮੀਤ ਜੀ, ਬੜਾ ਜ਼ਰੂਰੀ ਹੈ। ਜਿਹੜੀ ਡੈਮੋਕ੍ਰੇਸੀ ਹੈ ਨਾ, ਡਿਕਟੇਟਰਸ਼ਿਪ ਗਵਰਨਮੈਂਟ ਹੁੰਦੀ ਹੈ, ਉਹਦੇ ਵਿੱਚ ਇੱਕੋ ਸਿਸਟਮ ਹੈ ਜਿਹਦੇ ਥੱਲੇ ਸਾਰੇ ਗਵਰਨ ਹੋਣਗੇ। ਸਟੇਟਸ ਕੋ ਕੋਈ ਰਾਈਟ ਨਹੀਂ। ਜਿਹੜੀ ਜੇ ਕੋਈ ਸੈਂਟਰ ਹੋਵੇ ਤਾਂ ਉਹਦਾ ਰਾਈਟ ਹੈ। ਕੋਈ ਸਟੇਟ ਨਹੀਂ, ਕੋਈ ਸਟਰਕਚਰ ਨਹੀਂ, ਕੋਈ ਸੈਂਟਰ ਦਾ ਸਟਰਕਚਰ ਨਹੀਂ। ਇੱਕ ਲਾਅ ਹੈ, ਆਲ ਫॉर ਵਨ ਲਾਅ ਫॉर एवरीवन। ਹੁਣ ਫੈਡਰਲ ਸਟਰਕਚਰ ਦੇ ਵਿੱਚ ਕੀ ਪਾਰਟ ਹੁੰਦਾ? ਫੈਡਰਲ ਸਟਰਕਚਰ ਦੇ ਵਿੱਚ ਦੋਸਤੋ ਸਟੇਟ ਕੋਲ ਪਾਵਰਸ ਨੇ ਆਪਣਾ ਰੈਵਨਿਊ ਜਨਰੇਟ ਕਰਨ ਦੀ, ਆਪਣੇ ਪ੍ਰੋਡਕਸ਼ਨ ਕਰਨ ਦੀ, ਆਪਣੀ ਮੈਨੂਫੈਕਚਰਿੰਗ ਕਰਨ ਦੀ, ਆਪਣਾ ਪਾਣੀ ਕਿਵੇਂ ਸੂਝ-ਬੂਝ ਨਾਲ ਯੂਜ਼ ਕਰਨਾ। ਉੱਦਾਂ SY ਲਿੰਕ ਜਿਵੇਂ ਬਚਾਇਆ ਗਿਆ ਸੀ, ਉਹ ਸਟੇਟ ਕੋ ਪਾਵਰ ਸੀ ਤੇ ਅੱਜ ਤੱਕ ਬਚਿਆ ਹੋਇਆ। ਹੁਣ ਰਾਜਸਥਾਨ ਨੂੰ, ਦਿੱਲੀ ਨੂੰ, ਪੰਜਾਬ ਨੂੰ, ਚੰਡੀਗੜ੍ਹ ਨੂੰ, ਹਰਿਆਣੇ ਨੂੰ, ਹਿਮਾਚਲ ਨੂੰ ਇਹ ਪਾਣੀ ਜਿਹੜਾ ਵਾ ਇਹ ਦੋ ਬਿਆਸ ਭਾਖੜਾ ਪ੍ਰੋਜੈਕਟ ਤੋਂ ਜਾ ਰਿਹਾ। ਜੇ ਅੱਜ ਉਹਨੂੰ ਕੰਟਰੋਲ ਕਰਨ ਵਾਲੇ ਸੈਂਟਰਲ ਗਵਰਨਮੈਂਟ ਦੇ ਸਾਰੇ EMPLOYEES ਆ ਗਏ, ਤੁਹਾਨੂੰ ਨਹੀਂ ਲੱਗਦਾ ਕਿ ਇਹ ਪਾਣੀ ਜਿਹੜਾ ਵਾ ਪੰਜਾਬ ਵਾਸਤੇ ਨਹੀਂ ਰਹਿ ਜਾਏਗਾ? ਅਲਟੀਮੇਟਲੀ ਅਗਲਾ ਜਿਹੜਾ ਏਮ ਹੈ ਪੰਜਾਬ ਦੇ ਪਾਣੀ ਨੂੰ ਕੈਪਚਰ ਕਰਨਾ। ਕੋਈ ਨਹੀਂ ਬੋਲ ਰਿਹਾ ਕਿਉਂਕਿ ਸਾਰੇ ਰਲੇ ਹੋਏ ਆ।
ਬਿਲਕੁਲ, ਕਿਉਂਕਿ ਜੇ ਅਸੀਂ ਕਹਿ ਦਈਏ ਮੋਦੀ ਸਾਹਿਬ 3 ਦਿਨ ਲਈ ਰੈਲੀ ਕਰਦੇ ਨੇ ਪੰਜਾਬ ਦੇ ਵਿੱਚ। ਪਹਿਲਾਂ ਕਹਿੰਦੇ ਨੇ ਸਾਡੀ ਰੈਲੀ ਰੱਦ ਹੋ ਗਈ, ਵਿਵਸਥਾ ਨਹੀਂ ਸੀਗੀ ਬਹੁਤ ਤਕੜੀ। ਹੁਣ ਪੰਜਾਬ ਦੇ ਵਿੱਚ ਆਉਂਦੇ ਨੇ, ਮੈਨੂੰ ਲੱਗਦਾ ਨਹੀਂ ਕਿ ਉਹ ਵੋਟਾਂ ਵਾਸਤੇ ਆਏ ਸੀਗੇ, ਮੈਨੂੰ ਲੱਗਦਾ ਕਿ ਉਹ ਵੇਖਣ ਆਏ ਸੀ ਪੰਜਾਬ 'ਚ ਰਹਿ ਕੀ ਗਿਆ ਜੋ ਮੈਂ ਲੈ ਸਕਾਂ। ਕੀ ਲੈਣਾ ਹੁਣ ਉਹਨਾਂ ਕੋਲ ਇੱਕੋ ਹੀ ਫੰਡਾ ਵਾ ਕਿ ਦੇਖੋ, ਪੰਜਾਬ ਨੂੰ ਸਾਡੇ ਗੁਰੂ ਪੀਰਾਂ ਨੇ ਸੋਨੇ ਦੀ ਚਿੜੀ ਕਿਉਂ ਕਿਹਾ? ਐਗਰੀਕਲਚਰ ਮੇਨ ਸਾਡੀ ਸੋਰਸ ਆਫ ਇਨਕਮ, ਜਿਹਨੂੰ ਕਨਵਰਟ ਕਰਕੇ ਲਿਕਰ ਨੂੰ ਸੋਰਸ ਆਫ ਇਨਕਮ ਬਣਾਉਣ ਦੀ ਕੋਸ਼ਿਸ਼, ਸ਼ਰਾਬ ਨੂੰ ਸੋਰਸ ਆਫ ਇਨਕਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਜਿਹੜਾ ਹੱਥੀਂ ਅਸੀਂ ਕੰਮ ਕੀਤਾ ਸੀ ਐਗਰੀਕਲਚਰ, ਸਾਡੇ ਜਿਹੜੇ ਜ਼ਿਮੀਂਦਾਰਾਂ ਨੇ, ਸਾਡੇ ਕਿਸਾਨ ਭਰਾਵਾਂ ਨੇ, ਉਹ ਬੇਸਿਕ 70% 80% ਜਿਹੜਾ ਵਾ ਐਗਰੀਕਲਚਰ ਸਾਡਾ ਸੋਰਸ ਆਫ ਇਨਕਮ ਸੀ। ਔਰ ਐਗਰੀਕਲਚਰ ਦੇ ਨਾਲ ਤੁਸੀਂ ਸੋਚ ਸਕਦੇ ਹੋ ਖੇਤੀ ਲਈ ਪਾਣੀ ਦਾ ਕਿੱਡਾ ਕੁ ਵੱਡਾ ਯੋਗਦਾਨ ਹੈ। ਔਰ 3 ਰੈਲੀਆਂ ਉਹਨਾਂ ਦੀਆਂ ਇੱਥੇ ਪੋਸੀਬਲ ਤਾਂ ਨਹੀਂ ਹੋ ਸਕੀਆਂ ਕਿਉਂਕਿ ਦੇ ਡਾਇਰੈਕਟਲੀ ਸੇ ਕਿ ਸਾਨੂੰ ਪੰਜਾਬ ਦੀਆਂ ਸੀਟਾਂ ਨਾਲ ਕੋਈ ਇੰਨਾ ਤਲਕ ਨਹੀਂ ਹੈ, ਸਾਨੂੰ ਫਰਕ ਨਹੀਂ ਪੈਂਦਾ। ਜੇ ਪੰਜਾਬ ਦੇ ਵਿੱਚ 400 MLA ਹੁੰਦੇ ਜਾਂ ਫਿਰ 200 MP ਹੁੰਦੇ ਤੇ ਫਿਰ ਜੇ ਪੰਜਾਬ ਨੂੰ ਉਹਦਾ ਬੰਦਾ ਹੱਕ ਨਾ ਮਿਲਦਾ ਤੇ ਮੈਂ ਗੁਨੇਗਾਰ ਸੀ। ਪਰ ਪੰਜਾਬ 'ਚ ਸਿਰਫ ਤੇ ਸਿਰਫ ਜਿੰਨੇ 13 ਕਿੰਨੇ MP ਨੇ, MLA 117 ਤੇ 13 MP ਜਿੰਨੇ ਹੈਗੇ ਨੇ, ਉਹਨਾਂ ਕਰਕੇ ਪੰਜਾਬ ਨੂੰ ਉਹ ਗਿਣਿਆ ਜਾਂਦਾ। ਹੁਣ ਕਿਹਦੀ ਪਾਵਰ ਰਹਿ ਗਈ? ਪਾਵਰ ਰਹਿ ਗਈ ਲੋਕਾਂ ਦੀ। ਲੋਕਾਂ ਨੂੰ ਜਾਗਣਾ ਪਏਗਾ, ਲੋਕਾਂ ਨੂੰ ਲਿਆਉਣਾ ਪਏਗਾ ਉਹ ਲੀਡਰ। ਮੈਂ ਕਹਿੰਦਾ ਛੱਡ ਦਿਓ ਨਿਸ਼ਾਨ, ਛੱਡ ਦਿਓ ਪਾਰਟੀ, ਉਹ ਬੰਦਾ ਲੈ ਕੇ ਆਓ ਜਿਹੜਾ ਤੁਹਾਨੂੰ ਲੱਗਦਾ ਕੰਮ ਕਰੂਗਾ, ਜਿਹਦਾ ਕੰਮ ਤੁਸੀਂ ਵੇਖਿਆ। ਸਭ ਤੋਂ ਜ਼ਰੂਰੀ ਜੇ ਆਪਣੀ ਚੁਆਇਸ ਕਿਵੇਂ ਕਰਨੀ ਹੈ, ਕਿਉਂਕਿ 2024 ਦੇ ਵਿੱਚ ਫਿਰ ਇਲੈਕਸ਼ਨ ਆ ਗਈ। ਹੁਣ ਫਿਰ ਤੁਸੀਂ ਵੇਖਣਾ ਸ਼ੁਰੂ ਹੋ ਗਏ, ਜਿਹੜੇ MP ਕੈਂਡੀਡੇਟ ਸੀ ਉਹ ਤੁਹਾਨੂੰ ਵੇਖਣੇ ਸ਼ੁਰੂ ਹੋ ਗਏ। ਮਸ਼ਰੂਮ ਗਰੋਥ ਉਹਨਾਂ ਦੀ ਆ ਗਈ, ਲੋਕਾਂ ਨੂੰ ਮਿਲ ਰਿਹਾ, ਕਰ ਰਿਹਾ, ਜਿਵੇਂ ਪਹਿਲੇ ਆ ਥੋੜ੍ਹੇ 6 ਮਹੀਨੇ ਪਹਿਲੇ MLA ਮਿਲ ਰਹੇ ਸੀ। ਸੋ ਸਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਵੇਖਣਾ ਪਊਗਾ। ਔਰ ਮੋਦੀ ਜੀ ਦੀ ਜਿਹੜੀ ਪਾਲਿਸੀ ਹੈ, ਮੈਂ ਵਿਸ਼ ਕਰਦਾ, ਮੈਂ ਉਹਨਾਂ ਨੂੰ ਸਟਰੋਂਗ ਪ੍ਰਾਈਮ ਮਿਨਿਸਟਰ ਗਿਣਦਾ ਵਾਂ ਕਿ ਉਹ ਸਟਰੋਂਗ ਨੇ, ਉਹਨਾਂ ਕੋਲ ਪਾਵਰ ਹੈ, ਉਹਨਾਂ ਕੋਲ ਮੈਜੋਰਿਟੀ ਹੈ। ਪਰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਇਸ ਵੀਡੀਓ ਰਾਹੀਂ ਕਿ ਪਲੀਜ਼ ਸਾਡੇ ਪੰਜਾਬ ਨੂੰ ਹੋਰ ਖੇਰੂ ਨਾ ਕਰੋ, ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ, ਜੋੜਨ ਦੀ ਕੋਸ਼ਿਸ਼ ਕਰੋ। ਸਾਰੇ ਤੁਹਾਡੇ ਨਾਲ ਜੁੜਾਂਗੇ। ਹੁਣੇ ਅਸੀਂ ਗੱਲ ਕੀਤੀ ਕਿ ਜਿਹੜਾ BBMP ਦਾ ਮੁੱਦਾ ਸਾਰਿਆਂ ਤੱਕ ਪਹੁੰਚਣਾ ਚਾਹੀਦਾ। ਇਹ ਕਿਵੇਂ ਪਹੁੰਚੂਗਾ? ਜਿਵੇਂ ਦੋਸਤੋ ਦੀਪ ਸਿੱਧੂ ਦੇ ਭੋਗ ਤੇ ਸੰਸਕਾਰ ਤੇ ਕਾਫੀ ਇਕੱਠ ਹੋਇਆ ਸੀਗਾ। ਦੀਪ ਸਾਨੂੰ ਇਹੀ ਸਿਖਾ ਗਿਆ ਸੀਗਾ ਕਿ ਆਪਣੇ ਹੱਕਾਂ ਲਈ ਜਾਗਰੂਕ ਹੋਈਏ। ਭਗਤ ਸਿੰਘ ਇਹੀ ਸਿਖਾ ਕੇ ਗਿਆ। ਜੇ ਅਸੀਂ ਲਾਈਵ ਐਗਜ਼ਾਮਪਲ ਲਈਏ, ਇੰਨਾ ਲੱਖ ਇਕੱਠ ਹੋ ਸਕਦਾ, ਇੰਨੇ ਲੱਖ ਇਕੱਠ ਜੇ BBMP ਦਾ ਮੁੱਦੇ ਵਾਸਤੇ ਵੀ ਹੋ ਜੇ ਤੇ ਸ਼ਾਇਦ ਲੱਗਦਾ ਕਿ ਮੋਦੀ ਸਾਹਿਬ ਫਿਰ ਵਾਪਸ ਲੈ ਸਕਦੇ। ਹਰਮੀਤ ਜੀ, ਮੇਰਾ ਨਾ ਵਿਊ ਥੋੜ੍ਹਾ ਜਿਹਾ ਹਟ ਕੇ ਹੈ, ਸ਼ਾਇਦ ਲੋਕਾਂ ਨੂੰ ਪਸੰਦ ਵੀ ਨਹੀਂ ਆਉਂਦਾ। ਉਹ ਕੀ ਹੈ ਕਿ ਅਸੀਂ ਜਗ ਜਿਉਂਦਿਆਂ ਦੇ ਮੇਲੇ ਸੁਣਿਆ ਤੁਸੀਂ, ਕਹਾਵਤ ਹੈ ਬੜੀ ਪੁਰਾਣੀ। ਹੁਣ ਕੀ ਉਲਟਾ ਹੋ ਗਿਆ। ਜਦੋਂ ਕਿਸੇ ਬੰਦੇ ਦੀ ਸੋਚ ਨੂੰ ਸਲਾਮ ਕਰਨ ਦਾ ਵਕਤ ਆਉਂਦਾ ਨਾ ਹਰਮੀਤ ਜੀ, ਅਸੀਂ ਇਸ ਬੰਦੇ ਨੂੰ ਕਾਫਰ ਗਿਣਦੇ ਹਾਂ, ਉਹਨੂੰ ਖਾਲਿਸਤਾਨੀ ਗਿਣਦੇ ਹਾਂ, ਉਹਨੂੰ ਗੱਦਾਰ ਗਿਣਦੇ ਹਾਂ। ਉਸ ਤੋਂ ਬਾਅਦ ਅਨਫੋਰਚੂਨੇਟਲੀ ਪਤਾ ਨਹੀਂ ਹਾਊ ਹਿਜ਼ ਡੈਥ, ਮਰਡਰ ਜਾਂ ਡੈਥ ਜੋ ਵੀ ਹੈ ਉਹ ਕਿੱਦਾਂ ਹੋਇਆ, ਗੋਡ ਨੋਜ਼, ਕਿਉਂਕਿ ਮੈਨੂੰ ਵੀ ਅਜੇ ਉਸ ਚੀਜ਼ ਦਾ ਪੂਰਾ ਨੌਲੇਜ ਨਹੀਂ ਹੈ। ਪਰ ਹੀ ਡਾਈਡ। ਉਸ ਤੋਂ ਬਾਅਦ 5 ਲੱਖ ਦਾ ਇਕੱਠ ਉਹਨੂੰ ਸ਼ਰਧਾਂਜਲੀ ਦੇਣ ਦਾ ਕੀ ਆਪਾਂ ਸੋਚ ਦੀ ਤਾਂ ਗੱਲ ਕਰਦੇ ਹਾਂ ਕਿ ਉਹਦੀ ਸੋਚ, ਹੁਣ ਕੌਣ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਏਗਾ? ਉਹ 5 ਲੱਖ ਬੰਦਿਆਂ 'ਚੋਂ ਮੈਨੂੰ 100 ਬੰਦੇ ਲਿਆ ਦਿਓ ਜਿਹੜੇ ਦੀਪ ਸਿੱਧੂ ਦੀ ਸੋਚ ਅੱਗੇ ਲੈ ਕੇ ਜਾਣਗੇ। ਮੈਂ ਚਾਹੁੰਦਾ ਸੀ, ਮਤਲਬ ਮੇਰੀ ਦਿਲੋਂ ਇੱਕ ਇਹੋ ਜਿਹੀ ਆਰਜ਼ੂ ਹੈ, ਤਮੰਨਾ ਮੈਂ ਔਰ ਰਿਕੁਐਸਟ ਹੈ ਸਾਰਿਆਂ ਨੂੰ ਕਿ ਜੇ ਤੁਹਾਨੂੰ ਕੋਈ ਸੋਚ ਚੰਗੀ ਵਾਲਾ ਹਰਮੀਤ ਜੀ ਬੰਦਾ ਲੱਗਦਾ ਨਾ, ਉਹਨੂੰ ਪਲੀਜ਼ ਵੇਟ ਨਾ ਕਰੋ ਕਿ ਉਹਦੇ ਮਰਨ ਤੋਂ ਬਾਅਦ ਉਹਨੂੰ ਸ਼ਰਧਾਂਜਲੀ ਬਹੁਤ ਵਧੀਆ ਦੇਵਾਂਗੇ। ਇਸ ਚੀਜ਼ ਦਾ ਸਟੈਂਡ ਲਵੋ ਕਿ ਉਹ ਜਿਉਂਦਿਆਂ ਦੇ ਵਿੱਚ ਉਹਦੀ ਮਦਦ ਕੀਤੀ ਜਾਵੇ। 5 ਲੱਖ ਬੰਦਾ ਦੀਪ ਸਿੱਧੂ ਨਾਲ ਜਦੋਂ ਉਹ 'ਤੇ ਐਡੀ ਵੱਡੀ ਪ੍ਰੋਬਲਮ ਆਈ ਸੀ, ਉਹਦੀ ਸੋਚ ਕਰਕੇ, ਉਹਨੇ ਸੋਚ ਬੜੀ ਵਧੀਆ, ਉਹਦੀ ਸੋਚ ਕੋਈ ਖਾਲਿਸਤਾਨੀ ਸੋਚ ਨਹੀਂ ਸੀ, ਉਹਦੀ ਸੋਚ ਸੀ ਇੰਡੀਪੈਂਡੈਂਟ ਸੋਚ। ਉਹ ਚਾਹੁੰਦਾ ਸੀ ਕਿ ਤੁਸੀਂ ਸਾਰੇ ਪਰਦੇ ਹਟਾ ਕੇ ਸੋਚੋ, ਫਿਰ ਸੋਚੋ ਕਿ ਕਿਹੜਾ ਬੰਦਾ ਚੰਗਾ ਹੈ ਤੇ ਕਿਹੜਾ ਬੰਦਾ ਮਾੜਾ। ਉਹ ਸੋਚ ਨੂੰ ਨਹੀਂ ਉਗਣ ਦਿੱਤਾ, ਉਹ ਸੋਚ ਨੂੰ ਫੁੱਲ ਨਹੀਂ ਲੱਗਣ ਦਿੱਤਾ, ਉਸ ਬੀਜ ਨੂੰ ਨਸ਼ਟ ਕਰ ਦਿੱਤਾ ਗਿਆ ਜਿਸ ਤਰ੍ਹਾਂ ਵੀ ਮਰਜ਼ੀ। ਪਰ ਸਾਨੂੰ ਉਸ ਬੰਦੇ ਦੇ ਨਾਲ ਕੋਈ ਵੀ ਅੱਗੋਂ ਲਾ ਲਓ, ਬੜੇ ਹਜ਼ਾਰਾਂ ਦੀਪ ਸਿੱਧੂ ਆਣੇ ਆ, ਹਜ਼ਾਰਾਂ ਲੋਕਾਂ ਦੀ ਸੋਚ ਉਹੋ ਜਿਹੀ ਆਣੀ ਹੈ, ਪਰ ਸਾਨੂੰ ਹਮੇਸ਼ਾ ਉਹਦਾ ਸਾਥ ਜਦੋਂ ਜਿਉਂਦਾ ਉਦੋਂ ਦੇਣਾ ਚਾਹੀਦਾ। ਔਰ ਮੈਂ ਰਿਕੁਐਸਟ ਕਰਨਾ ਚਾਹੁੰਦਾ, ਇਹ ਜਿਹੜਾ ਮੁੱਦਾ ਵਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ
ਇਸ ਮੁੱਦੇ ਨੂੰ ਗਹਿਰਾਈ ਤੱਕ ਸਮਝਿਆ ਜਾਵੇ ਔਰ ਇਹੋ ਜਿਹਾ ਇਕੱਠ ਕਰੋ ਜਲਦੀ ਤੋਂ ਜਲਦੀ। ਜੇ ਤੁਸੀਂ 5 ਲੱਖ ਬੰਦੇ ਦਾ ਇਕੱਠ ਨਹੀਂ ਕਰੋਗੇ ਤਾਂ ਯਾਦ ਰੱਖਿਓ 12 ਤੋਂ 13 ਹਜ਼ਾਰ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਕੁੜੀਆਂ ਮੁੰਡਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਮਿਲਣੀਆਂ ਉਹ ਸੈਂਟਰ ਦੇ ਕਹਿਣ ਤੇ ਮਿਲਣਗੀਆਂ ਔਰ ਪੰਜਾਬ ਦਾ ਔਰ ਤੇ ਜਿਹੜੀ ਪਾਵਰ ਹੈ ਫੈਡਰਲ ਸਟਰਕਚਰ ਹੋਣ ਦੀ ਉਹ ਖਤਮ ਹੋ ਜਾਏਗੀ। ਔਰ ਯਾਦ ਰੱਖਿਓ ਕਿ 12,000 ਦਾ ਮਤਲਬ ਹੈ ਕਿ 1 ਲੱਖ ਬੰਦਾ ਪ੍ਰਭਾਵਿਤ ਹੋਏਗਾ। ਬਿਲਕੁਲ ਸ਼ੁਕਰੀਆ। ਸੋ ਇਹ ਗੱਲਬਾਤ ਕੀਤੀ ਹੈ, ਗੱਲਬਾਤ ਦੇ ਵਿੱਚ ਅਸੀਂ ਸਿੱਖਣ ਨੂੰ ਮਿਲਿਆ, ਵੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਨਾਲ ਸਾਡੇ ਹੱਕਾਂ ਤੇ ਡਾਕਾ ਵੱਜ ਰਿਹਾ ਹੈ। ਪੰਜਾਬੀ ਕਹਿੰਦੇ ਨੇ ਜਜ਼ਬੇ ਨਾਲ ਕਹਿੰਦੇ ਨੇ, ਜੋ ਦਲੇਰੀ ਨਾਲ ਕਹਿੰਦੇ ਨੇ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਸੋ ਇਹ ਹੱਕ ਲੈਣ ਦਾ ਵਕਤ ਆ ਗਿਆ ਹੈ। ਫਿਰ ਹਾਜ਼ਰ ਹੋਵਾਂਗਾ ਨਵੀਂ ਪੇਸ਼ਕਸ਼ ਦੇ ਨਾਲ। ਤਦ ਤੱਕ ਮੈਨੂੰ ਤੇ ਮੇਰੇ ਕੈਮਰਾਮੈਨ ਡਿੰਪਲ ਨੂੰ ਦਿਓ ਇਜਾਜ਼ਤ। ਸ਼ੁਕਰੀਆ।